ਗੁਰੂ ਸਾਹਿਬ ਜੀ ਗੋਂਡਾ ਮਹਲਾ ਪੰਜਵਾ। ਗੌਂਡ ਰਾਗ ਦੇ ਵਿੱਚ ਧਰਨ ਗਗਨ ਨਵਖੰਡ ਮੈਂ ਹੈ, ਜੋਤ ਸਰੂਪੀ ਰਹਿਓ ਭਾਰ, ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜਨ ਪ੍ਰਤੱਖ ਹਰ ਹਰੀ ਦਾ ਸਰੂਪ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ। ਗੁਰ ਕੀ ਮੂਰਤ ਮਨ ਮਹਿ ਧਿਆਨ, ਸਤਿਗੁਰਾਂ ਦੀ ਮੂਰਤ ਹਸਤੀ ਭਾਵ ਸਰੂਪ ਦਾ ਧਿਆਤਾ ਧਿਆਨ ਤੇ ਤ੍ਰਿਕੁਟੀ ਨੂੰ ਮੇਟ ਕੇ ਚਿੱਤ ਦੇ ਵਿੱਚ ਧਿਆਨ ਕਰੋ। ਇਸੇ ਪ੍ਰਕਾਰ ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰਾਂ ਦੀ ਸੱਚਿਤ ਅਨੰਦ ਸਰੂਪ ਹਸਤੀ ਦਾ ਜਾਂ ਗੁਰਾਂ ਦੀ ਸ਼ਬਦ ਰੂਪ ਹਸਤੀ ਦਾ ਚਿੱਤ ਵਿੱਚ ਧਿਆਨ ਕਰੋ। ਗੁਰ ਕੈ ਸ਼ਬਦ ਮੰਤਰ ਮਨ ਮਾਨ, ਸਤਿਗੁਰਾਂ ਦੇ ਸ਼ਬਦ ਦਾ ਉਪਦੇਸ਼ ਚਿੱਤ ਦੇ ਵਿੱਚ ਮੰਨਣਾ ਕਰੋ। ਇਸੇ ਪ੍ਰਕਾਰ ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰਾਂ ਦੇ ਉਪਦੇਸ਼ ਮੰਤਰ ਨੂੰ ਮਨ ਦੇ ਵਿੱਚ ਮੰਨਣਾ ਕਰੋ ਜਾਂ ਗੁਰਾਂ ਦੇ ਉਪਦੇਸ਼ ਦੁਆਰਾ ਹਿਰਦੇ ਵਿੱਚ ਬ੍ਰਹਮ ਨੂੰ ਮੰਨਣਾ ਕਰੋ। ਇੱਥੇ ਸ਼ਬਦ ਦੀ ਆਰੰਭਤਾ ਦੇ ਵਿੱਚ ਗੁਰ ਕੀ ਮੂਰਤ ਇਹ ਗੁਰੂ ਸਾਹਿਬ ਨੇ ਅੱਖਰ ਵਰਤੇ ਨੇ। ਜਿਵੇਂ ਦੇਵੀ ਦੇਵਤਿਆਂ ਦੀ ਪੱਥਰ ਦੀ ਮੂਰਤੀ ਹੁੰਦੀ ਹੈ, ਗੁਰਸਿੱਖ ਇੰਜ ਪੂਜਾ ਨਹੀਂ ਕਰਦਾ ਹੈ। ਗੁਰੂ ਦੀ ਮੂਰਤ ਮਹਾਰਾਜ ਦਾ ਸਰੂਪ ਜਿਉਂਦਾ ਜਾਗਦਾ ਸਰੂਪ, ਕੋਈ ਪੱਥਰ ਦੀ ਮੂਰਤੀ ਨਹੀਂ ਹੈ। ਦਸੇ ਪਾਤਸ਼ਾਹੀਆਂ ਨੇ ਅਵਤਾਰ ਧਾਰਿਆ ਔਰ ਸਾਰੇ ਹੀ ਸਰੂਪਾਂ ਦੇ ਵਿੱਚ ਸਾਨੂੰ ਸ਼ਬਦ ਦੇ ਲੜ ਲਾਇਆ। ਸਰਗੁਣ ਸਰੂਪ ਦੇ ਵਿੱਚ ਸਿੱਖ ਦਰਸ਼ਨ ਕਰਕੇ ਨਿਹਾਲ ਹੋਏ। ਜਿਨ੍ਹਾਂ ਜਿਨ੍ਹਾਂ ਨੇ ਵੀ ਮਹਾਰਾਜ ਦਾ ਦਰਸ਼ਨ ਪਾਇਆ ਕੋਈ ਖਾਲੀ ਨਹੀਂ ਗਿਆ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ। ਬੜੇ ਬੜੇ ਪਾਪੀ ਤੇ ਅਪਰਾਧੀ ਸਤਿਗੁਰਾਂ ਦੇ ਦਰਸ਼ਨ ਕਰਕੇ ਪਾਰ ਉਤਰ ਗਏ। सतगुरु का दर्शन सफल है। सो सफल दर्शन अकाल मूरत प्रभ है भी होवन हर। सਹਿਤ ਫਲਾਂ ਦੇ ਹੈ ਮਹਾਰਾਜ ਦਾ ਦਰਸ਼ਨ। ਸਰਗੁਣ ਸਰੂਪ ਦੇ ਇਹ ਦਸਾਂ ਪਾਤਸ਼ਾਹੀਆਂ ਦੇ ਦਰਸ਼ਨ ਨੇ। ਇਹ ਗੁਰੂ ਸਾਹਿਬ ਦਾ ਸਰੂਪ ਹੈ। ਤੇ ਹੁਣ ਤਾਂ ਸੁਪਰੀਮ ਕੋਰਟ ਨੇ ਵੀ ਮੰਨ ਲਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਉਂਦੀ ਜਾਗਦੀ ਜੋਤ ਹੈ। ਇਹ ਕੋਈ ਗ੍ਰੰਥ ਨਹੀਂ ਹੈ, ਧਾਰਮਿਕ ਗ੍ਰੰਥ ਕਹਿਣਾ ਨਹੀਂ ਬਣਦਾ। ਸਤਿਗੁਰੂ ਜਾਗਤਾ ਹੈ ਦਿਓ, ਜਾਗਦੀ ਜੋਤ ਦਸਾਂ ਪਾਤਸ਼ਾਹੀਆਂ ਦੀ ਵਿੱਚ ਇਹਨਾਂ ਦੇ ਬਿਰਾਜਮਾਨ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਉਂਦੀ ਜਾਗਦੀ ਹਸਤੀ ਹੈ। ਸੋ ਜਿਹੜੇ ਇਹਨਾਂ ਦੇ ਸ਼ਬਦ ਨੇ ਉਹੀ ਗੁਰਾਂ ਦੀ ਮੂਰਤੀ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਇਹਦੀ ਵਿਆਖਿਆ ਕਰਦਿਆਂ ਦੱਸਿਆ ਕਿ ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ ਜੋ ਸੰਗਤ ਦੇ ਵਿੱਚ ਪ੍ਰਗਟ ਹੋ ਆਇਆ ਹੈ। ਇਸ ਲਈ ਫੋਟੋ ਦਾ ਵੀ ਧਿਆਨ ਧਾਰਨਾ ਮਨਾ ਹੈ, ਕਿਉਂਕਿ ਫੋਟੋ ਅਸਲੀ ਨਹੀਂ ਹੁੰਦੀਆਂ। ਉਹ ਚਿੱਤਰਕਾਰ ਦੀ ਆਪ ਦੀ ਕਲਪਨਾ ਹੈ। ਇਸ ਲਈ ਗੁਰਦੁਆਰਿਆਂ ਦੇ ਅੰਦਰ ਕੋਈ ਫੋਟੋ ਨਹੀਂ ਲਾਈ ਜਾਂਦੀ। ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਫੋਟੋਆਂ ਅਜਾਇਬ ਘਰ ਦੇ ਵਿੱਚ ਲਾਈਆਂ ਜਾਂਦੀਆਂ ਨੇ ਤਾਂ ਕਿ ਉਹਨਾਂ ਵੱਲ ਵੇਖ ਕੇ ਸਾਨੂੰ ਗੁਰੂਆਂ ਦੀ ਯਾਦ ਆਵੇ, ਸਿੰਘ ਸੂਰਮਿਆਂ ਦੀ ਕੁਰਬਾਨੀ ਚੇਤੇ ਆਵੇ। ਲੋਕ ਗੁਰਦੁਆਰੇ ਮੱਥਾ ਟੇਕਣੋਂ ਨਹੀਂ ਹਟਦੇ ਫੋਟੋ ਨੂੰ। ਉਹ ਗੁਰੂ ਮਹਾਰਾਜ ਦਾ ਸਤਿਕਾਰ 'ਚ ਫਰਕ ਪੈਂਦਾ। ਇਸ ਲਈ ਹਰਿਮੰਦਰ ਸਾਹਿਬ ਦੇ ਅੰਦਰ ਵੀ
ਕੋਈ ਤਸਵੀਰ ਨਹੀਂ ਹੈ। ਅਜਾਇਬ ਘਰ ਵੱਖਰਾ ਬਣਿਆ ਹੋਇਆ ਹੈ। ਮੰਦਰਾਂ ਦੇ ਵਿੱਚ ਤਾਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਹੁੰਦੀ ਹੈ। ਆ ਮਨੀਕਰਨ ਵੀ ਜਾਓ, ਉੱਥੇ ਵੀ ਦਰਬਾਰ ਦੇ ਅੰਦਰ ਫੋਟੋਆਂ ਹੀ ਫੋਟੋਆਂ ਲੱਗੀਆਂ ਹੋਈਆਂ ਨੇ। ਉਹਨਾਂ ਦਾ ਸੁਭਾਅ ਹੈ, ਉਹ ਫੋਟੋ ਨੂੰ ਮੱਥਾ ਟੇਕਦੇ ਨੇ ਅਤੇ ਫੋਟੋ ਨੂੰ ਸਰੂਪ ਆਖਦੇ ਨੇ। ਇਹ ਨਹੀਂ ਕਹਿੰਦੇ ਵੀ ਗੁਰਾਂ ਦੀ ਫੋਟੋ ਹੈ ਜਾਂ ਤਸਵੀਰ ਹੈ, ਕਹਿੰਦੇ ਗੁਰਾਂ ਦਾ ਸਰੂਪ ਹੈ। ਪਰ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਜੀ ਦਾ ਸਰੂਪ ਆਂਦੇ ਹਾਂ। ਫੋਟੋ ਤਾਂ ਇੱਕ ਨਕਲੀ ਤਸਵੀਰ ਹੈ ਜੋ ਚਿੱਤਰਕਾਰ ਨੇ ਆਪ ਦੇ ਮਨ ਦੀ ਕਲਪਨਾ ਦੇ ਨਾਲ ਬਣਾਈ ਹੈ। ਕੋਈ ਫੋਟੋ ਅੱਜ ਤੱਕ ਅਸਲੀ ਨਹੀਂ ਹੈ। ਕੈਮਰੇ ਤਾਂ ਉਦੋਂ ਹੁੰਦੇ ਹੀ ਨਹੀਂ ਸਨ। ਇਸ ਲਈ ਜਦੋਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਾ ਤਾਂ ਫੋਟੋ ਅੱਗੇ ਰੱਖ ਕੇ ਮਾਲਾ ਨਹੀਂ ਫੇਰਨੀ ਹੈ। ਧਿਆਨ ਧਰਨਾ ਹੈ ਗੁਰੂ ਦੇ ਸ਼ਬਦ ਦਾ। ਵਾਵੇ ਕੰਨਾ ਹਾਹੇ ਸਿਆਰੀ, ਗੱਗੀ ਔਂਕੜ ਰਾਰੇ ਦੁਲੈਂਕੜ। ਵਾਹਿਗੁਰੂ ਦੇ ਜੋ ਅੱਖਰ ਨੇ ਉਹਨਾਂ ਦਾ ਧਿਆਨ ਧਾਰਨਾ ਹੈ, ਪਹਿਲੀ ਅਵਸਥਾ ਹੈ। ਜਿਵੇਂ ਬੱਚੇ ਨੂੰ ਗਡੀਰਾ ਫੜਾ ਕੇ ਤੁਰਨ ਸਿਖਾਈਦਾ, ਇਉਂ ਜਿਹਦਾ ਧਿਆਨ ਨਹੀਂ ਜੁੜਦਾ ਉਹ ਅੱਖਰਾਂ ਦਾ ਧਿਆਨ ਧਾਰੇ। ਪਰ ਅੱਖਰ ਵੀ ਪੰਜਾਬੀ ਦੇ ਹੋਰ ਨੇ, ਹਿੰਦੀ ਦੇ ਹੋਰ ਨੇ, ਅੰਗਰੇਜ਼ੀ ਦੇ ਹੋਰ ਨੇ। ਉਹ ਫਿਰ ਧਿਆਨ 'ਚ ਕਿਵੇਂ ਵਸਣਗੇ? ਉਹ ਬਦਲ ਜਾਂਦੇ ਨੇ। ਜੋ ਵਾਹਿਗੁਰੂ ਦੇ ਅਰਥ ਨੇ ਫਿਰ ਉਹਨਾਂ 'ਚ ਧਿਆਨ ਧਾਰੇ। ਵਾਹੇ ਨਾਮ ਅਚਰਜ ਕੋ ਹੋਈ, ਅਚਰਜ ਦੇ ਪਰ ਉਕਤ ਨਾ ਕੋਈ। ਗੋ ਨਾਮ ਅੰਧਕਾਰ ਕੋ ਜਾਨੋ, ਰੂਹ ਨਾ ਪ੍ਰਕਾਸ਼ ਉਠਾਨੋ। ਔਰ ਜਦੋਂ ਵੀ ਵਾਹਿਗੁਰੂ ਆਖੇ ਅੰਦਰੋਂ ਹੂਕ ਨਿਕਲੇ, ਅਰਦਾਸ ਨਿਕਲੇ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ, ਤੂੰ ਵਾਹੇ ਅਚਰਜ ਹੈ। ਅਗਿਆਨ ਦੇ ਹਨੇਰੇ ਨੂੰ ਮੇਟ ਕੇ ਗਿਆਨ ਦਾ ਪ੍ਰਕਾਸ਼ ਕਰਨੇ ਵਾਲਾ ਹੈ। ਕਿਰਪਾ ਕਰ ਸਾਡੇ ਹਿਰਦੇ ਵਿੱਚੋਂ ਵੀ ਗੋ ਅਗਿਆਨ ਦਾ ਹਨੇਰਾ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਕੇ ਵਾਹੇ ਆਪ ਦਾ ਅਚਰਜ ਸਰੂਪ ਪ੍ਰਗਟ ਕਰ, ਸਾਨੂੰ ਵੀ ਦਰਸ਼ਨ ਦੇ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਵਿੰਦਾ, ਹਰ ਕਰ ਕਿਰਪਾ ਮਨ ਵਸ ਜੀਓ। ਹੇ ਹਰੀ, ਕਿਰਪਾ ਕਰਕੇ ਮੇਰੇ ਮਨ ਦੇ ਵਿੱਚ ਆਪ ਦਾ ਸ਼ਬਦ ਵਸਾ ਦੇ। ਹਿਰਦੈ ਚਰਨ ਸ਼ਬਦ ਸਤਿਗੁਰੂ ਕੋ, ਨਾਨਕ ਬੰਧਿਓ ਭਾਲ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮੰਨੈ, ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਜਪਜੀ ਸਾਹਿਬ ਦਾ ਪਾਠ ਹੀ ਸਤਿਗੁਰੂ ਨਾਨਕ ਦੇਵ ਜੀ ਦਾ ਸਰੂਪ ਹੈ। ਕੀਰਤਨ ਸੋਹਲੇ ਦਾ ਪਾਠ ਹੀ ਮਹਾਰਾਜ ਦੇ ਦਰਸ਼ਨ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਗੁਰੂ ਜੀ ਦੇ ਦਰਸ਼ਨ ਕਰਨ ਦੀ ਭਾਵਨਾ ਹੋਣੀ ਚਾਹੀਦੀ ਹੈ। ਇਸ ਲਈ ਸੋ ਕਿਸੇ ਪੱਥਰ ਦੀ ਮੂਰਤੀ ਜਾਂ ਕਿਸੇ ਤਸਵੀਰ ਦੇ ਅੱਗੇ ਧਿਆਨ ਧਾਰ ਕੇ ਬੈਠਣਾ ਮਨਮਤ ਹੈ। ਆ ਜਿਹੜੇ ਰਿਕਾਰਡਿੰਗ ਵਾਲੇ ਨੇ ਸਟੂਡੀਓ ਦੇ ਵਿੱਚ ਜਦ ਜਾਈਦਾ, ਕੋਈ ਵੀ ਕੀਰਤਨ ਦੇ ਸ਼ਬਦ ਦੀ ਜਾਂ ਕਥਾ ਦੀ ਰਿਕਾਰਡਿੰਗ ਜਾਂ ਗੁਰਬਾਣੀ ਦੀ ਰਿਕਾਰਡਿੰਗ ਕਰਾਈ ਦੀ, ਉਹ ਕੰਨਾਂ ਦੇ ਵਿੱਚ ਹੈੱਡਫੋਨ ਲਾ ਦਿੰਦੇ ਨੇ ਖੋਪੇ ਜੇ, ਕਿ ਬਾਹਰਲੀ ਆਵਾਜ਼ ਨਾ ਸੁਣੇ। ਅਤੇ ਜੋ ਤੁਸੀਂ ਬੋਲ ਰਹੇ ਹੋ ਖੁਦ ਤੁਹਾਨੂੰ ਆਪ ਦੀ ਆਵਾਜ਼ ਆਪ ਤਾਂ ਸੁਣਨੀ ਚਾਹੀਦੀ ਹੈ ਕਮ ਸੇ ਕਮ। ਜੇ ਆਪਣੀ ਆਵਾਜ਼ ਆਪ ਨਹੀਂ ਸੁਣੋਗੀ ਤਾਂ ਪਰਫੋਰਮੈਂਸ ਸਹੀ ਨਹੀਂ ਦਿੱਤੀ ਜਾ ਸਕਦੀ। ਸੋ ਦੂਜੇ ਨੂੰ ਆਨੰਦ ਉਦੋਂ ਹੀ ਆਉਂਦਾ ਜਦੋਂ ਆਪ ਦਾ ਆਨੰਦ ਵੱਜੇ। ਜੇ ਆਪ ਨੂੰ ਨਹੀਂ ਸੁਣ ਰਿਹਾ ਤਾਂ ਮਨ ਟਿਕੂਗਾ ਕਿੱਥੇ? ਤੋ ਜਿੰਨਾ ਆਪਣੀ ਇਕਾਗਰਤਾ, ਆਪਣਾ ਆਨੰਦ ਹੈ, ਓਨਾ ਹੀ ਦੂਜੇ ਦਾ ਆਨੰਦ ਹੁੰਦਾ ਹੈ। ਇਸ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਹੈ। ਸ੍ਰੀ ਜਪਜੀ ਸਾਹਿਬ ਦੇ ਵਿੱਚ ਫਰਮਾਇਆ ਹੈ, ਅਸੀਂ ਕਹਿੰਦੇ ਸਾਡਾ ਮਨ ਨਹੀਂ ਟਿਕਦਾ। ਮਹਾਰਾਜ ਕਹਿੰਦੇ ਟਿਕੇਗਾ ਕਿਵੇਂ? ਤੁਸੀਂ ਦੂਜਿਆਂ ਲਈ ਬੋਲਦੇ ਹੋ, ਆਪਣੇ ਬੋਲ ਨੂੰ ਵੀ ਖੁਦ ਆਪ ਨਹੀਂ ਸੁਣਦੇ।
ਜਿੰਨਾ ਚਿਰ ਸੁਣੋਗੇ ਨਹੀਂ ਉਹਨਾਂ ਚਿਰ ਮਨ ਦਾ ਟਿਕਾਊ ਹੋਣਾ ਸੰਭਵ ਹੈ। ਇਸ ਲਈ ਨਾਮ ਜਪਣ ਦੀ ਸਭ ਤੋਂ ਉੱਤਮ ਜੁਗਤੀ ਇਹ ਹੈ ਕਿ ਧੁਨ ਮੈਂ ਧਿਆਨ, ਜੋ ਤੁਸੀਂ ਬੋਲ ਰਹੇ ਹੋ ਉਹਨੂੰ ਕੰਨਾਂ ਦੇ ਨਾਲ ਸੁਣੋ, ਆਵਾਜ਼ ਦੇ ਵਿੱਚ ਧਿਆਨ ਲਾਓ, ਫੋਟੋ ਦਾ ਧਿਆਨ ਨਾ ਧਾਰੋ, ਮੂਰਤੀ ਦਾ ਧਿਆਨ ਨਾ ਧਾਰੋ। ਜਿਹੜੀ ਆਵਾਜ਼, ਜਿਹੜੀ ਸਾਊਂਡ ਹੈ ਵਾਹਿਗੁਰੂ ਵਾਹਿਗੁਰੂ ਨਾਮ ਦੀ ਜਾਂ ਗੁਰਬਾਣੀ ਦੀ, ਜਪਜੀ ਸਾਹਿਬ ਦੀ, ਪਾਠ ਦੀ, ਇਸ ਲਈ ਅਖੰਡ ਪਾਠੀ ਨੂੰ ਉੱਚੀ ਬੋਲ ਕੇ ਪਾਠ ਕਰਨ ਦੀ ਆਗਿਆ ਹੈ ਕਿ ਜੇ ਕੋਈ ਵੀ ਨਾ ਸੁਣੇ ਤਾਂ ਗੁਰੂ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਹਨ, ਦਸੇ ਪਾਤਸ਼ਾਹੀਆਂ ਆਪ ਹਾਜ਼ਰ ਹੁੰਦੀਆਂ ਨੇ, ਅਗੰਮੀ ਰੂਹਾਂ ਦਰਬਾਰ ਦੇ ਵਿੱਚ ਬੈਠੀਆਂ ਹੁੰਦੀਆਂ ਨੇ। ਲਧਾਈਕੇ ਵਾਲੇ ਮਹਾਂਪੁਰਖ ਬਾਬਾ ਦਾਨ ਸਿੰਘ ਜੀ, ਜਿਨ੍ਹਾਂ ਦੇ ਮੈਂ ਦਰਸ਼ਨ ਕੀਤੇ ਨੇ, ਉਹਨਾਂ ਤੋਂ ਪਹਿਲੇ ਮਹਾਂਪੁਰਖ ਹੋਏ ਨੇ। ਟਕਸਾਲ ਦੇ ਵਿਦਿਆਰਥੀ ਸਨ। ਆਮ ਤੌਰ 'ਤੇ ਗੁਰਦੁਆਰੇ ਕਾਫੀ ਵੱਡੇ ਹੁੰਦੇ ਨੇ, ਸੰਗਤਾਂ ਦਾ ਇਕੱਠ ਖਾਸ ਕਰਕੇ ਸਵੇਰੇ ਅਤੇ ਸ਼ਾਮ ਰੂਟੀਨ ਦੇ ਦੀਵਾਨ ਵਿੱਚ ਘੱਟ ਹੈ। ਉਹਦਾ ਕੋਈ ਸਮਾਗਮ ਹੋਵੇ ਫਿਰ ਤਾਂ ਸੰਗਤਾਂ ਪਹੁੰਚ ਜਾਂਦੀਆਂ, ਅਤੇ ਪਰ ਸਵੇਰ ਸ਼ਾਮ ਦੇ ਦੀਵਾਨ ਦੇ ਵਿੱਚ ਸੰਗਤਾਂ ਘੱਟ ਹਾਜ਼ਰੀ ਭਰਦੀਆਂ। ਉਹ ਲਧਾਈਕੇ ਜਿਹੜਾ ਗੁਰਦੁਆਰਾ ਹੈ ਜਿੱਥੇ ਕੀੜਿਆਂ ਵਾਲੇ ਸੱਪ ਦੀ ਕਲਿਆਣ ਕੀਤੀ ਗੁਰੂ ਹਰਗੋਬਿੰਦ ਸਾਹਿਬ ਨੇ ਆਪ ਦਾ ਚਰਨ ਛੁਹਾ ਕੇ, ਉਹ ਹੈ ਵੀ ਪਿੰਡ ਤੋਂ ਬਾਹਰ, ਪਿੰਡ ਦੇ ਵਿੱਚ ਹੋਵੇ ਤਾਂ ਵੀ ਕੋਈ ਭੁੱਲਿਆ ਭਟਕਿਆ ਕੇ ਮੱਥਾ ਟੇਕ ਦਿੰਦਾ, ਬਾਰ ਤਾਂ ਕੋਈ ਪੁੱਜ ਕੇ ਹੀ ਜਾਊਗਾ। ਉਹਨਾਂ ਕਥਾ ਕਰਦੇ ਹੋਣਾ, ਉੱਚੀ ਉੱਚੀ ਬੋਲੀ ਜਾਣਾ, ਸੁਣਨ ਵਾਲਾ ਕੋਈ ਵੀ ਨਹੀਂ। ਕਿੱਡਾ ਵੱਡਾ ਹਾਲ ਹੈ, ਅਤੇ ਉੱਚੀ ਉੱਚੀ ਬੋਲ ਕੇ ਕਥਾ ਕਰਨੀ, ਕਈ ਵਾਰੀ ਟਾਈਮ ਉੱਪਰ ਵੀ ਲੈ ਜਾਣਾ। ਇੱਕ ਵਾਰ ਉਹ ਪਾਠੀ ਸਿੰਘ ਔਖਾ ਜਿਹਾ ਹੋ ਗਿਆ, ਕਹਿੰਦਾ ਸੰਤ ਜੀ ਮਹਾਰਾਜ ਤੁਸੀਂ ਇਹਨਾਂ ਨਾਲ ਉੱਚੀ ਉੱਚੀ ਬੋਲੀ ਜਾਂਦੇ ਹੋ, ਕਿੰਨਾ ਕਿੰਨਾ ਟਾਈਮ ਲਾਉਂਦੇ ਹੋ। ਉਹਨਾਂ ਕਥਾ ਕਰੀ ਜਾਣੀ, ਸੁਣਨ ਵਾਲਾ ਤਾਂ ਕੋਈ ਵੀ ਨਹੀਂ ਹੈ। ਉੱਚੀ ਤਾਂ ਬੋਲੀਏ ਜੇ ਕੋਈ ਸੁਣਨ ਵਾਲਾ ਹੋਵੇ। ਮਹਾਂਪੁਰਖ ਕਹਿੰਦੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਗੁਰਮੁਖਾ ਤੈਨੂੰ ਕਿਹਨੇ ਦੱਸਿਆ ਵੀ ਸੁਣਨ ਵਾਲਾ ਕੋਈ ਨਹੀਂ ਹੈ। ਦਰਬਾਰ ਮਹਾਰਾਜਾ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਜਿੱਥੇ ਪ੍ਰਕਾਸ਼ ਹੁੰਦਾ ਹੈ ਉਹ ਖਾਲੀ ਨਹੀਂ ਹੁੰਦਾ ਹੈ। ਗੁਰੂ ਕਾ ਦਰਬਾਰ ਰੌਣਕਾਂ ਲੱਗੀਆਂ ਹੋਈਆਂ ਨੇ, ਕਿੰਨੀਆਂ ਸੰਗਤਾਂ ਦਾ ਸੁਣ ਰਹੀਆਂ ਨੇ। ਤੂੰ ਕਹਿੰਦਾ ਕੋਈ ਸੁਣਨ ਵਾਲਾ ਨਹੀਂ ਹੈ। ਮੈਂ ਵੀ ਥੋੜ੍ਹਾ ਬੋਲਦਾ, ਮੇਰੇ ਮਹਾਰਾਜ ਤਾਂ ਹਾਜ਼ਰ ਹੀ ਨੇ। ਵੇਖ ਦਰਬਾਰ ਭਰਿਆ ਹੋਇਆ, ਕਹਿੰਦਾ ਮੈਂ ਝੂਠ ਨਾ ਬੋਲੋ, ਰਹਿਣ ਦਿਓ ਰੱਬ ਨੂੰ, ਦਰਬਾਰ ਤਾਂ ਖਾਲੀ ਹੈ। ਕਹਿੰਦਾ ਵੀ ਇਸ ਤਰ੍ਹਾਂ ਜਦ ਉਹਨੇ ਬਚਨ ਕੀਤਾ ਮਹਾਂਪੁਰਖ ਚੁੱਪ ਕਰ ਗਏ। ਜਦ ਸਮਾਪਤੀ ਹੋਈ ਤੇ ਉਹਦੇ ਖੜੇ ਤੇ ਕੰਨ ਤੇ ਵੱਜੀ ਇੱਕ। ਜਦ ਕੰਨ ਤੇ ਵੱਜੀ ਤੇ ਉਹਨੇ ਵੇਖਿਆ ਵੀ ਨਿਹੰਗ ਸਿੰਘ ਫੌਜਾਂ ਬਰਸ਼ੇ ਕਿਰਪਾਨਾਂ ਉਹਨਾਂ ਨੇ ਫੜੇ ਹੋਏ ਨੇ, ਚੌਂਕੜੇ ਮਾਰੇ ਹੋਏ ਨੇ, ਤਾਂ ਉਹਨੂੰ ਖੜੇ ਕੀਤੇ ਹੋਏ। ਕਿਸੇ ਦਾ ਫਰਲਾ, ਕਿਸੇ ਦੀ ਓਨ ਦਸਤਾਰ, ਅਤੇ ਕਾਫੀ ਗਿਣਤੀ ਦੇ ਵਿੱਚ ਸਿੰਘ ਕਥਾ ਸੁਣ ਰਹੇ ਨੇ। ਅਤੇ ਉਹਨਾਂ ਨੇ ਆਵਾਜ਼ ਦਿੱਤੀ, ਕਹਿਣ ਲੱਗੇ ਵੀ ਜੇ ਤੈਨੂੰ ਨਹੀਂ ਦਿਖਦਾ ਤਾਂ ਇਹਦਾ ਮਤਲਬ ਕੋਈ ਹੈ ਹੀ ਨਹੀਂ। ਸੰਤ ਕਥਾ ਸੁਣਾਉਂਦੇ ਨੇ, ਆਪਾਂ ਸੁਣਦੇ ਹਾਂ, ਤੂੰ ਵਿੱਚ ਕਿਉਂ ਔਖਾ ਹੁੰਦਾ ਪਿਆ। ਉਹ ਥੱਲੇ ਡਿੱਗ ਪਿਆ, ਇੰਨਾ ਘਬਰਾ ਗਿਆ, ਜਿਉਂ ਦੌੜਿਆ, ਮੁੜ ਕੇ ਪਿੱਛਾ ਭੌਂਗੇ ਨਹੀਂ ਵੇਖਿਆ। ਕਿੰਨੇ ਦਿਨ ਘਰੋਂ ਹੀ ਨਹੀਂ ਆਇਆ,
ਡਰਦਾ ਮਾਰਾ। ਇੰਨਾ ਡਰਾਇਆ ਸ਼ਹੀਦ ਸਿੰਘਾਂ ਨੇ। ਸੋ ਕਹਿਣ ਤੋਂ ਮੁਰਾਦ ਇਹ ਹੈ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, 15 ਭਗਤ ਮਹਾਰਾਜ ਦੇ ਕੋਲ ਬੈਠੇ ਹੀ ਨੇ। 6 ਪਾਤਸ਼ਾਹੀਆਂ ਦੀ ਬਾਣੀ ਹੈ, ਉਹ ਵੀ ਹਾਜ਼ਰ ਨੇ। 15 ਭਗਤਾਂ ਦੀ ਬਾਣੀ ਹੈ, ਉਹ ਵੀ ਹਾਜ਼ਰ ਨੇ। 17 ਭੱਟ ਵੀ ਮਹਾਰਾਜ ਦੇ ਦਰਬਾਰ 'ਚ ਨੇ। ਜਿੰਨੀਆਂ ਪਵਿੱਤਰ ਆਤਮਾਵਾਂ ਸਭ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ, ਮੱਥਾ ਟੇਕਣ ਆਉਂਦੀਆਂ ਨੇ ਗਾਹੇ ਬਗਾਹੇ। ਜਿੱਥੇ ਬਾਣੀ ਦਾ ਪ੍ਰਵਾਹ ਚੱਲਦਾ ਹੈ, ਉੱਥੇ ਕੁਦਰਤੀ ਸ਼ਕਤੀਆਂ ਹਾਜ਼ਰ ਹੁੰਦੀਆਂ ਹਨ। ਇਸ ਲਈ ਠੀਕ ਹੈ, ਸਾਡਾ ਸਰੀਰ ਢਿੱਲਾ ਮੱਠਾ ਹੈ, ਸਾਡੀ ਇਹ ਕਮੀ ਹੈ, ਸਾਡੀ ਨਿਗਾਹ ਦੇ ਵਿੱਚ ਫਰਕ ਹੈ, ਪਰ ਇਹ ਨਹੀਂ ਵੀ ਗੁਰੂ ਮਹਾਰਾਜ ਦੇ ਕੋਲ ਹੈ ਕੋਈ ਨਹੀਂ। ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਦੀਆਂ ਰੌਣਕਾਂ ਜਿਹਦਾ ਕੋਈ ਵੀ ਥਾਂ ਨਹੀਂ ਪਾ ਸਕਦਾ। ਇਸ ਲਈ ਪਾਠੀ ਸਿੰਘ ਨੂੰ ਆਗਿਆ ਹੈ ਵੀ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਬੈਠੇ ਤਾਂ ਗੁਰੂ ਸਾਹਿਬਾਂ ਨੂੰ ਹਾਜ਼ਰ ਨਾਜ਼ਰ ਜਾਣ ਕੇ ਉੱਚੀ ਬੋਲੇ। ਚਲੋ ਜੇ ਕਿਸੇ ਦੀ ਭਾਵਨਾ ਨਹੀਂ ਕਰਨੀ, ਖੁਦ ਆਪਦੇ ਕੰਨਾਂ ਨੂੰ ਤਾਂ ਸੁਣਾਏ। ਸ਼ਰਮਣੀ ਸੁਣੀਐ ਰਸਨਾ ਗਾਈਐ, ਹਿਰਦੈ ਤੇ ਆਈਐ ਸੋਈ। ਇਉਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਆਗਿਆ ਕਿ ਮਨ ਟਿਕੇਗਾ ਤਾਂ ਜੇ ਤੁਸੀਂ ਆਪ ਦੀ ਕਈ ਗੱਲ ਨੂੰ ਆਪ ਸੁਣੋਗੇ, ਜੇ ਦੂਜਿਆਂ ਨੂੰ ਉਪਦੇਸ਼ ਦਿੰਦੇ ਰਹੇ, ਆਪ ਧਾਰਨਾ ਕੀਤਾ ਤਾਂ ਮਨ ਦਾ ਟਿਕਾਓ ਨਹੀਂ ਬਣੇਗਾ। ਅਜੱਪਾ ਜਾਪ ਨਾ ਵਿਸਰੈ, ਆਦਿ ਜੁਗਾਦ ਸਮਾਏ। ਅਜੱਪਾ ਜਾਪ ਦੀ ਜੋ ਧੁਨੀ ਹੈ, ਉਹਨੂੰ ਸਰਵਣ ਕਰਨ ਦੇ ਨਾਲ ਹੀ ਅਸਲੀ ਆਨੰਦ ਆਉਂਦਾ। ਤੋ ਇਸ ਲਈ ਗੁਜਰੀ ਰਾਗ ਦੇ ਵਿੱਚ ਇੱਕ ਮਹਾਰਾਜ ਦੀ ਪੰਕਤੀ ਹੈ, ਨਿਮਖ ਨਾ ਬਿਸਰੋਂ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ। ਇਹ ਪੰਕਤੀ ਦੀ ਕਥਾ ਸੰਤ ਗੁਰਬਚਨ ਸਿੰਘ ਸਾਹਿਬ ਜੀ ਨੇ ਕੀਤੀ ਕਿ ਇੱਕ ਨਿਮਖ ਮਾਤਰ ਵੀ, ਹੇ ਵਾਹਿਗੁਰੂ ਮੈਨੂੰ ਤੇਰਾ ਨਾਮ ਨਾ ਭੁੱਲੇ। ਜਦ ਵੀ ਭੁੱਲਦਾ ਹੈ ਤਾਂ ਜਿਵੇਂ ਮੱਛੀ ਪਾਣੀ ਤੋਂ ਬਗੈਰ ਆਪ ਦਾ ਮਰਨਾ ਸਮਝਦੀ ਹੈ। ਮੋਹਿ ਮਛਲੀ ਤੁਮ ਨੀਰ ਤੁਮ ਤੁਝ ਬਿਨ ਕਿਉਂ ਸਰੈ, ਮੋਹਿ ਚਾਤਰਕ ਤੋਂ ਬੂੰਦ ਤ੍ਰਿਪਤੋ ਮੁਖ ਭਰੈ। ਮੱਛੀ ਤੇ ਪਪੀਏ ਦੀ ਤਰ੍ਹਾਂ ਸਾਡਾ ਮਰਨਾ ਹੁੰਦਾ ਹੈ ਜੀ। ਆਪਦੇ ਨਾਮ ਦੀ ਉਪਦੇਸ਼ ਦੀ ਸਵਾਂਤੀ ਬੂੰਦ ਤੋਂ ਬਗੈਰ ਜਾਂ ਜਲ ਤੋਂ ਬਗੈਰ ਅਸੀਂ ਆਪ ਦਾ ਮਰਨਾ ਸਮਝਦੇ ਹਾਂ। ਇਸ ਲਈ ਇੱਕ ਨਿਮਖ ਮਾਤਰ ਵੀ ਸਾਡੇ ਮਨ ਦੇ ਵਿੱਚੋਂ ਤੁਸੀਂ ਨਾ ਭੁੱਲੋ ਜੀ। ਜੇ ਤੁਸੀਂ ਭੁੱਲ ਗਏ ਤਾਂ ਮੈਂ ਮਰ ਜਾਊਂਗਾ। ਪਾਠ ਕਰਾ ਰਹੇ ਸੀ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਜਦ ਸੰਤਾਂ ਨੇ ਹੇਕ ਲਾਈ, ਕਥਾ ਸੰਪੂਰਨ ਹੋਈ ਪੰਕਤੀ ਦੀ, ਤਾਂ 5, 7, 10 ਮਿੰਟ ਸੰਤ ਕਰਤਾਰ ਸਿੰਘ ਨੇ ਪੰਕਤੀ ਨਾ ਪੜ੍ਹੀ। ਸੰਗਤ ਮੂੰਹ ਵੱਲ ਵੇਖੇ, ਉਹ ਚੁੱਪ। ਜਦ 5-7 ਮਿੰਟਾਂ ਬਾਅਦ ਪੰਕਤੀ ਦੁਬਾਰ ਤੋਂ ਅਗਲੀ ਪੰਕਤੀ ਪੜ੍ਹੀ ਤੇ ਸੰਤ ਜੀ ਮਹਾਰਾਜ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਨੇ ਸਪਸ਼ਟੀਕਰਨ ਦਿੱਤਾ ਕਿ ਇਹ ਸਾਧ ਸੰਗਤ ਜੀ, ਤੁਸੀਂ ਇਹ ਨਾ ਸਮਝਣਾ ਵੀ ਪਾਠੀ ਸੌਂ ਗਿਆ, ਇਹਨੂੰ ਆਲਸ ਆ ਗਿਆ ਜਾਂ ਇਹ ਭੁੱਲ ਗਿਆ, ਲਾਗੇ ਬੈਠਾ ਇਹਦਾ ਧਿਆਨ ਉਟਕ ਗਿਆ। ਕਿਉਂਕਿ ਜਦ ਬੰਦਾ ਕਿਸੇ ਹੋਰ ਪਾਸੇ ਧਿਆਨ ਦਿੰਦਾ ਉਦੋਂ ਭੁੱਲ ਜਾਂਦਾ ਹੈ, ਜਾਂ ਆਲਸ ਆਉਂਦਾ, ਨਿਗਾਹ ਘੁੰਮ ਜਾਂਦੀ ਹੈ। ਇਹ ਕਦਾਚਿਤ ਨਹੀਂ ਸਮਝਣਾ। ਇੰਨੇ ਪੰਕਤੀ ਲੇਟ ਤਾਂ ਪੜ੍ਹੀ ਹੈ, ਇਹ ਕਥਾ ਨੂੰ ਨਾਲ ਨਾਲ ਅਨੁਭਵ ਵੀ ਕਰ ਰਿਹਾ। ਜਦ ਇਹਨੇ ਕਥਾ ਸੁਣੀ, ਇਹ ਵਾਹਿਗੁਰੂ ਤੇਰਾ ਨਾਮ ਮੈਨੂੰ ਕਦੀ ਨਾ ਭੁੱਲੇ, ਜੇ ਭੁੱਲ ਗਿਆ ਤੇ ਮੈਂ ਮਰ ਜਾਊਂਗਾ ਜਾਂ ਮਰਨਾ ਸਮਝਦਾ। ਕਿਸੇ ਦੀ ਗੱਲ ਕਹਿੰਦੇ ਦੱਸਣੀ ਤਾਂ ਨਹੀਂ ਚਾਹੀਦੀ, ਗੁੱਸਾ ਭਾਵੇਂ ਕਰੂਗਾ, ਪਰ ਅਸਲ 'ਚ ਇਹ ਅਜੱਪਾ ਜਾਪ ਜਿਹੜਾ ਹਿਰਦੇ 'ਚ ਚੱਲ ਰਿਹਾ, ਉਹ ਇੰਨੇ ਚੰਗੀ ਤਰ੍ਹਾਂ ਸੁਣ ਕੇ ਕਨਫਰਮ ਕਰ ਲਿਆ ਵੀ ਹਾਂ ਵਾਹਿਗੁਰੂ ਵਾਹਿਗੁਰੂ ਹਿਰਦੇ ਵਿੱਚ ਚੱਲ ਰਿਹਾ ਹੈ। ਜਦ ਪੱਕਾ ਹੋ ਗਿਆ ਸੁਣਨ ਤੋਂ ਬਾਅਦ ਕਿ ਚੱਲ ਰਿਹਾ, ਨਾਲੋਂ ਨਾਲ ਕਥਾ ਦਾ ਪਾਠ ਵੀ ਕਰਾ ਰਿਹਾ, ਨਾਲ ਵਾਹਿਗੁਰੂ ਨਾਮ ਦੀ ਧੁਨੀ ਵੀ ਸੁਣ ਰਿਹਾ। ਤੋ ਇਸ ਲਈ ਉਸ ਤੋਂ ਬਾਅਦ ਇਹਨੇ ਪੰਕਤੀ ਪੜ੍ਹੀ ਹੈ, ਆਪ ਕਮਾਓ ਅਵਰਾ ਉਪਦੇਸ਼। ਇਸ ਲਈ ਗੁਰੂ ਦੀ ਅਸਲ 'ਚ ਮੂਰਤੀ ਇਹ ਹੈ ਜੋ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਵਸਾਉਣਾ। ਵਸ ਮੇਰੇ ਪਿਆਰਿਆ, ਵਸ ਮੇਰੇ ਗੋਬਿੰਦਾ, ਹਰ ਕਰ ਕਿਰਪਾ
ਮਨ ਵਸ ਜੀਓ। ਗੁਰ ਕੀ ਮੂਰਤ, ਗੁਰਾਂ ਦੀ ਮੂਰਤ, ਗੁਰਾਂ ਦਾ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ। ਗੁਰ ਕੀ ਮੂਰਤ ਮਨ ਮਹਿ ਧਿਆਨ। ਗੁਰਾਂ ਦੀ ਮੂਰਤੀ, ਗੁਰਾਂ ਦੇ ਸਰੂਪ ਨੂੰ ਆਪਣੇ ਮਨ ਦੇ ਵਿੱਚ ਧਿਆਨ ਧਾਰਨਾ ਕਰੋ, ਯਾਨੀ ਵਾਹਿਗੁਰੂ ਨਾਮ ਦਾ ਧਿਆਨ ਧਾਰੋ। ਵਾਹਿਗੁਰੂ, ਵਾਹੇ ਹਿਰਦੇ ਤੱਕ ਤੇ ਉਹਦੇ ਤੋਂ ਬਾਅਦ ਗੁਰੂ ਨਾਭੀ ਤੱਕ। ਉੱਪਰ ਤੋਂ ਠਾਂ ਨੂੰ ਆਵਾਜ਼ ਆਉਣੀ ਚਾਹੀਦੀ ਹੈ ਜਾਂ ਹੇਠਾਂ ਤੋਂ ਵਾਹਿਗੁਰੂ ਉੱਪਰ ਨੂੰ, ਤੇ ਕੁੱਟੀ ਜਿਹੜਾ 10ਵੇਂ ਦੁਆਰ ਦਾ ਦਰਵਾਜ਼ਾ ਮੰਨਿਆ ਹੈ ਮਸਤਕ ਦੇ ਵਿੱਚ, ਤੋ ਹੇਠਾਂ ਤੋਂ ਧੁੰਨੀ ਤੋਂ ਚੁੱਕ ਕੇ ਤਾਂ ਨੂੰ ਮਾਰੇ। ਉਹ ਜਿੰਨਾ ਵੀ ਜ਼ੋਰ ਲਾ ਕੇ ਦਰਵਾਜ਼ੇ 'ਤੇ ਰੱਖਾਂਗੇ ਉਹਨਾਂ ਦਰਵਾਜ਼ਾ ਜਲਦੀ ਖੁੱਲੂਗਾ। ਸੋ ਇਉਂ ਸੁਖਮਨਾ ਤੇ ਏੜਾ ਤੇ ਪਿੰਗਲਾ, ਇਉਂ ਏੜਾ ਤੇ ਪਿੰਗਲਾ ਸੱਜੀ ਤੇ ਖੱਬੀ ਸੁਰ ਹੈ। ਵਿਚਕਾਰਲੀ ਸੁਖਮਨਾ ਨਾੜੀ ਇਹ ਸਾਧ ਸੰਗਤ ਜੀਓ 10ਵੇਂ ਦੁਆਰ ਦਾ ਦਰਵਾਜ਼ਾ ਮੰਨਿਆ ਹੈ। ਤੇ ਸੁਖਮਨਾ ਦੇ ਵਿੱਚ ਜ਼ੋਰ ਪਾਉਣਾ, ਕਈ ਵਾਰ ਸਿਰ ਦਰਦ ਹੋਣ ਲੱਗ ਪੈਂਦਾ। ਇਉਂ ਸੁਤੇ ਸਿੱਧ ਵੀ ਅਨਭੋਲ ਵੀ ਕਰੀ ਜਾਏ, ਮਹਾਰਾਜ ਸਭ ਕੁਛ ਹੀ ਆਪੇ ਕਿਰਪਾ ਕਰ ਦਿੰਦੇ ਨੇ। ਸਿਰ ਦਰਦ ਦੀ ਵੀ ਨਹੀਂ ਲੋੜ, ਬਹੁਤਾ ਸਿਰ 'ਤੇ ਜ਼ੋਰ ਮਾਰਨ ਤੋਂ ਪਹਿਲੋਂ ਪੈਲ ਸਿਰ ਦਰਦ ਹੋਣ ਲੱਗ ਪੈਂਦਾ। ਤੋ ਕਈ ਇਸ ਤਰ੍ਹਾਂ ਕਰ ਨਹੀਂ ਪਾ ਸਕਦੇ। ਅਤੇ ਸੁਤੇ ਸਿੱਧ ਵੀ ਜੱਟ ਜ਼ਿਮੀਂਦਾਰ ਉਹੀ ਛੱਟਾ ਮਾਰਦਾ, ਜਿਹਨੂੰ ਤੁਸੀਂ ਬਰਸੀਨ ਕਹਿੰਦੇ ਹੋ, ਅਸੀਂ ਛਟਾਲਾ ਕਹਿੰਦੇ ਆ। ਇੱਕ ਇੱਕ ਬੀਜ ਥੋੜ੍ਹਾ ਪਾਉਂਦਾ, ਕਿੰਨਾ ਸੰਘਣਾ ਵਧੀਆ ਮੱਝਾਂ ਦੇ ਗਾਵਾਂ ਦੇ ਪੱਠਿਆਂ ਵਾਸਤੇ ਕੱਖਾਂ ਵਾਸਤੇ ਉੱਗ ਪੈਂਦਾ। ਤੋ ਇੰਝ ਵਾਹਿਗੁਰੂ ਨਾਮ ਦਾ ਛੱਟਾ ਵੀ ਵੱਜ ਜਾਏ, ਜਿਸ ਤਰ੍ਹਾਂ ਮਰਜ਼ੀ ਵਾਹਿਗੁਰੂ ਕਿਹਾ ਜਾਏ, ਉਸੇ ਤਰ੍ਹਾਂ ਹੀ ਪ੍ਰਮਾਣ ਹੈ। ਪਰ ਜੇ ਇਕਾਗਰਤਾ ਬਣਾਉਣੀ ਹੋਵੇ ਪਹਿਲੋਂ ਪਹਿਲ, ਤਾਂ ਇਉਂ ਅੱਖਰਾਂ ਦੇ ਹਿਸਾਬ ਨਾਲ ਅੰਦਰ ਨੂੰ ਵੜੇ ਜਾਂ ਅੰਦਰੋਂ ਬਾਹਰ ਨੂੰ ਕੱਢ ਕੇ ਫਿਰ ਉੱਪਰ ਨੂੰ ਜਾਏ। ਇਸ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਦੇ ਆ। ਮਹਾਰਾਜ ਦੇ ਨਾਮ ਦੇ ਵਿੱਚੋਂ, ਉਹਦੀ ਆਵਾਜ਼ ਦੇ ਵਿੱਚੋਂ ਪ੍ਰਕਾਸ਼ ਦੀ ਪ੍ਰਾਪਤੀ ਹੁੰਦੀ ਹੈ। ਜੈ ਗਿਆਨ ਪ੍ਰਕਾਸ਼ ਅਗਿਆਨ ਮਿਟੰਤ। ਪਹਿਲਾਂ ਬਲਬ ਹੁੰਦੇ ਸੀਗੇ ਪੀਲੀ ਲਾਈਟ ਵਾਲੇ, ਆਉਂਦੇ ਵੀ ਮਹਿੰਗੇ ਸੀਗੇ ਅਤੇ ਬਿਜਲੀ ਵੀ ਜ਼ਿਆਦਾ ਖਾਂਦੇ ਸੀਗੇ। ਫਿਰ ਬਾਅਦ 'ਚ ਟਿਊਬਾਂ ਆਈਆਂ 40-40 ਰੁਪਈਆਂ ਵਾਲੀਆਂ। ਉਹਨਾਂ ਦਾ ਇਹ ਮਸਲਾ ਹੁੰਦਾ ਸੀਗਾ ਕਿ ਪਿੰਡਾਂ ਦੇ ਵਿੱਚ ਲਾਈਟ ਪੂਰੀ ਨਹੀਂ ਸੀ ਆਉਂਦੀ, ਅਤੇ ਉਹਦਾ ਕਪੈਸਿਟਰ ਜਿਹਾ ਘੁਮਾਈ ਜਾਣਾ, ਉਹਨੇ ਜਗਣਾ ਨਾ, ਸਾਰੀ ਸਾਰੀ ਰਾਤ ਉਹਨਾਂ ਨਾਲ ਵਹਿੰਦੇ ਰਹਿਣਾ ਵੀ ਜਗ ਪਏ ਅਤੇ ਲਾਈਟ ਹੋਵੇ। ਉਹ ਜਗਦੀਆਂ ਨਹੀਂ ਸਨ। ਅਤੇ ਅੱਜ ਕੱਲ੍ਹ ਫਲੋਰਸੈਂਟ ਟਿਊਬਾਂ ਬਲਬਾਂ ਦੇ ਵਿੱਚ ਹੀ ਆਉਣ ਲੱਗ ਪਈਆਂ। ਹੈ ਤਾਂ ਥੋੜ੍ਹਾ ਕੋਸਟਲੀ, ਪਰ ਬਿਜਲੀ ਘੱਟ ਖਾਂਦੀਆਂ। ਨਿਗਾਹ ਲਾਈਟ ਬੜੀ ਫਰੈਸ਼ ਐਨ ਵਾਈਟ ਚਿੱਟੀ ਲਾਈਟ ਹੁੰਦੀ ਹੈ। ਇੰਝ ਵੇਖਣ ਨੂੰ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੱਖਰ ਜਾਂ ਵਾਹਿਗੁਰੂ ਨਾਮ ਦੇ ਅੱਖਰ ਕਾਲੀ ਸਿਆਹੀ ਨਾਲ ਲਿਖੇ ਹੁੰਦੇ ਨੇ, ਪਰ ਹੈਨ ਫਲੋਰਸੈਂਟ ਟਿਊਬ ਦੀ ਤਰ੍ਹਾਂ ਬਿਨਾਂ ਹੀ ਕਰੰਟ ਤੋਂ ਚਮਕਦੇ। ਇਉਂ ਇਹ ਮਹਾਰਾਜ ਦੀ ਬਾਣੀ ਦਾ ਨਾਮ ਦਾ ਪ੍ਰਕਾਸ਼। ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ। ਸੋ ਵਾਹਿਗੁਰੂ ਨਾਮ, ਉਹਦੀ ਧੁਨ ਦਾ ਧਿਆਨ, ਅਤੇ ਧਿਆਨ ਦੇ ਵਿੱਚੋਂ ਹੀ ਪ੍ਰਕਾਸ਼ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਿਹੜਾ ਵਾਹਿਗੁਰੂ ਜੀ ਦਾ ਪ੍ਰਕਾਸ਼ ਹੈ, ਉਹ ਜਿਸ ਤਰ੍ਹਾਂ ਦੀ ਸਿੱਖ ਦੀ ਭਾਵਨਾ ਹੋਊਗੀ, ਜੇ ਕਹੂਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਨ, ਤਾਂ ਉਹੀ ਪ੍ਰਕਾਸ਼ ਗੁਰੂ ਨਾਨਕ ਸਾਹਿਬ ਬਣ ਜਾਊਗਾ। ਅਸਲ 'ਚ ਮਹਾਰਾਜ ਦਾ ਰੂਪ ਰੰਗ ਕੋਈ ਨਹੀਂ ਹੈ। ਰੂਪ ਰੰਗ ਯਾਰ ਰੇਖ ਪੇਖ ਕੋ ਕਹਿ ਨਾ ਸਕਤ ਕੇ। ਰੂਪ ਰੰਗ ਯਾਰ ਰੇਖ ਪੇਖ ਤ੍ਰਿਹੁ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ। ਇਹ ਤਾਂ ਸਿੱਖਾਂ ਦੀ ਭਾਵਨਾ ਮੁਤਾਬਕ ਮਹਾਰਾਜ ਨੇ
ਭਗਤੀ ਦਾ ਪ੍ਰਚਾਰ ਕਰਨ ਲਈ, ਸੰਤਾਂ ਭਗਤਾਂ ਨੂੰ ਦਰਸ਼ਨ ਦੇਣ ਲਈ ਸਰਗੁਣ ਰੂਪ ਧਾਰੇ ਨੇ। ਹੈਨ ਤਾਂ ਮਹਾਰਾਜ ਪ੍ਰਕਾਸ਼ ਜੋਤੀ ਸਰੂਪ। ਸੋ ਜਿਹੜੀ ਵੀ ਅਰਦਾਸ ਕਰੂਗਾ ਉਹੀ ਪ੍ਰਕਾਸ਼ ਦੇ ਵਿੱਚੋਂ ਹੀ ਉਹ ਕਲਗੀਧਰ ਦਾ ਰੂਪ ਦਿਸੂਗਾ, ਉਹਦੇ ਚੋਂ ਹੀ ਜਿਹੜੇ ਗੁਰੂ ਮਹਾਰਾਜ ਦੇ ਚਾਹੁਣ ਅਰਦਾਸ ਹੋਵੇ ਉਹਦੇ ਦਰਸ਼ਨ। ਇਉਂ ਸਿੱਖ ਦੀ ਭਾਵਨਾ ਬਾਣੀ ਵਿੱਚੋਂ, ਗੁਰੂ ਗ੍ਰੰਥ ਸਾਹਿਬ ਚੋਂ ਹੀ ਹੋਣੀ ਚਾਹੀਦੀ ਹੈ ਵੀ ਜਦ ਵੀ ਮਹਾਰਾਜ ਮਿਲੇ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਹੀ ਮਿਲੇ, ਨਾ ਕਿ ਫੋਟੋ ਦੇ ਵਿੱਚੋਂ ਕੋਈ ਭਾਵਨਾ ਕਰਨੀ ਜਾਂ ਪੱਥਰ ਦੀ ਮੂਰਤੀ ਚੋਂ ਭਾਵਨਾ। ਧੰਨੇ ਨੂੰ ਤਾਂ ਪੱਥਰ ਚੋਂ ਵੀ ਮਿਲ ਹੀ ਪਿਆ ਸੀਗਾ, ਗੱਲ ਤਾਂ ਪ੍ਰੇਮ ਦੀ ਹੁੰਦੀ ਹੈ, ਪਰ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਇਸ ਲਈ ਮਹਾਰਾਜ ਚੋਂ ਹੀ ਭਾਵਨਾ ਕਰਨੀ ਚਾਹੀਦੀ ਹੈ। ਮਿਲ ਨੂੰ ਤਾਂ ਥੰਮੇ ਚੋਂ ਹੀ ਮਿਲ ਪਿਆ ਸੀਗਾ ਉਹਨੂੰ, ਪ੍ਰਹਿਲਾਦ ਨੂੰ। ਗੱਲ ਤਾਂ ਭਰੋਸੇ ਸ਼ਰਧਾ ਦੀ ਹੁੰਦੀ ਹੈ। ਉਹਦਾ ਭਰੋਸਾ ਸੀਗਾ ਤੇ ਥੰਮ ਪਾੜ ਹਰ ਪ੍ਰਗਟਿਆ ਨਰਸਿੰਘ ਰੂਪ ਅਨੂਪ ਜੁਗਾ। ਇਹ ਨਹੀਂ ਵੀ ਥੰਮੇ ਦੇ ਵਿੱਚ ਉਹ ਪੈਕ ਹੋਇਆ ਸੀਗਾ ਤੇ ਪਾੜ ਕੇ ਨਿਕਲ ਆਇਆ, ਉਹਦਾ ਭਰੋਸਾ ਸੀਗਾ ਤੇ ਤਾਂ ਮਹਾਰਾਜ ਨੇ ਥੰਮੇ ਨੂੰ ਪਾੜ ਕੇ ਵਿੱਚੋਂ ਨਿਕਲਣਾ ਕੀਤਾ। ਧੰਨੇ ਦੇ ਗੁਰੂ ਨੇ ਆਖਿਆ ਵੀ ਪੱਥਰ ਭਗਵਾਨ ਹੈ, ਪੱਥਰ ਆ ਕੇ ਜੇ ਭੋਗ ਲਵਾਉਣ ਦੀ ਭਾਵਨਾ ਕੀਤੀ, ਪੱਥਰ ਦੇ ਵਿੱਚੋਂ ਰੱਬ ਮਿਲ ਪਿਆ। ਹੈ ਤਾਂ ਜੋਤੀ ਸਰੂਪ। ਗੱਲ ਤਾਂ ਭਾਵਨਾ ਦੀ ਹੈ, ਸਾਨੂੰ ਗੁਰੂ ਗ੍ਰੰਥ ਸਾਹਿਬ ਚੋਂ ਨਹੀਂ ਲੱਭਦਾ, ਸੰਗਤਾਂ ਦੇ ਵਿੱਚੋਂ ਨਹੀਂ ਦਿਖਦਾ। ਮਹਾਰਾਜ ਨੇ ਆਖਿਆ ਕਾਹੀ ਰੀਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰ ਕੀ ਮੂਰਤ ਸਹਿਸ ਤਬ ਨੈਨ ਨਨ ਨੈਨ ਹੈ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ। ਮੂਰਤ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਏਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ ਤਿਸਦੈ, ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹੇ ਆਹੀ ਪਿਆਸ। ਕਿਰਪਾ ਜਲ ਦੇਹ ਨਾਨਕ ਸਾਰੰਗ ਕੋ, ਹੋਏ ਜਾਤੇ ਤਿਰ ਨਾਈ ਵਾਸ। ਕੀਰਤਨ ਸੋਹਿਲੇ ਦਾ ਮੈਂ ਸ਼ਬਦ ਪੜ੍ਹਿਆ, ਆਰਤੀ ਦਾ ਸ਼ਬਦ ਕੁਝ ਫਰਕ ਦੇ ਨਾਲ ਹੈ। ਇਹ ਵਾਹਿਗੁਰੂ ਤੇਰੀਆਂ ਹਜ਼ਾਰ ਹੀ ਮੂਰਤਾਂ ਨੇ, ਆ ਜੋ ਵੀ ਜੀ ਆ ਜੰਤ ਨੇ ਇਹ ਤੇਰਾ ਸਰਗੁਣ ਰੂਪ ਹੀ ਨੇ। ਹਜ਼ਾਰ ਤੇਰੇ ਨੇਤਰ ਨੇ, ਆ ਜਿੰਨੇ ਵੀ ਅੱਖਾਂ ਨਾਲ ਲੋਕ ਵੇਖ ਰਹੇ ਨੇ ਤੂੰ ਹੀ ਵੇਖ ਰਿਹਾ। ਹਜ਼ਾਰ ਹੀ ਤੇਰੇ ਪੈਰ ਨੇ, ਜਿੰਨੇ ਸਾਰਿਆਂ ਦੇ ਪੈਰੋਂ ਤੇਰੇ ਹੀ ਪੈਰ ਨੇ। ਹਜ਼ਾਰਾਂ ਹੀ ਤੇਰੀਆਂ ਨਾਸਕਾਂ ਨੇ, ਆ ਜਿੰਨੇ ਵੀ ਲੋਕਾਂ ਦੀਆਂ ਨਾਸਕਾਂ ਸਭ ਤੇਰੀ ਨਾਸਕਾਂ ਨੇ। ਪਰ ਨਿਰਗੁਣ ਰੂਪ ਦੇ ਵਿੱਚ ਨਾ ਕੋਈ ਤੇਰੀ ਅੱਖ ਹੈ, ਨਾ ਕੋਈ ਤੇਰੀ ਨਾਸਕਾ, ਨਾ ਕੋਈ ਤੇਰਾ ਪੈਰ ਹੈ। ਨਾ ਏਕ ਤੋਹੀ, ਇੱਕ ਵੀ ਨਹੀਂ। ਇਉਂ ਸਾਰਿਆਂ ਦੇ ਵਿੱਚ ਤੇਰੀ ਹੀ ਜੋਤ ਪ੍ਰਕਾਸ਼ਮਾਨ ਹੈ। ਫਰੀਦਾ ਖਾਲਕ ਖਲਕ ਮੈਂ, ਖਲਕ ਵਸੈ ਰਬ ਮਾਹੇ। ਮੰਦਾ ਕਿਸ ਨੂੰ ਆਖੀਐ, ਜਾਂ ਤਿਸ ਬਿਨ ਕੋਈ ਨਾ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਲੋਕ ਪੱਥਰ ਦੀ ਮੂਰਤੀ ਨੂੰ ਭੋਗ ਲਵਾਉਂਦੇ ਨੇ, ਤਰ੍ਹਾਂ ਤਰ੍ਹਾਂ ਦੇ ਭੋਜਨ ਪਕਵਾਨ ਬਣਾ ਕੇ, ਪਰ ਕਿਸੇ ਗਰੀਬ ਦੇ ਮੂੰਹ 'ਚ ਨਹੀਂ ਪਾਉਂਦੇ। ਜਿਹਨੂੰ ਲੋੜ ਹੈ ਉਹਨੂੰ ਦਿੰਦੇ ਨਹੀਂ। ਪੱਥਰ ਦੀ ਮੂਰਤੀ ਦੇ ਉਹ ਖੀਰ ਅਤੇ ਕੜਾਹ ਉਹਦੇ ਮੂੰਹ 'ਚ ਪਾਈ ਜਾਣਗੇ। ਸਾਡੇ ਸ਼ੇਖ ਫਤਿਹ ਉਹ ਖੁਰਲੀਆਂ 'ਚ ਖੀਰ ਪਾਈ ਹੋਊਗੀ। ਇਹ ਨਹੀਂ ਵੀ ਕਿਸੇ ਗਰੀਬ ਨੂੰ ਵੰਡ ਦਿਓ, ਬਿਲਕੁਲ ਨਹੀਂ। ਦੇਸੀ ਘਿਓ ਪੀਪਿਆਂ ਦੇ ਪੀਪੇ ਪੰਡਤ ਅੱਗ 'ਚ ਹਵਨ ਕਰ ਦਿਓਗਾ। ਇਹ ਨਹੀਂ ਵੀ ਕਿਸੇ ਦਾ ਭਲਾ ਕਰ ਦਿਓ, ਕਿਸੇ ਦਾ ਸਵਾਰ ਦਿਓ। ਉਹ ਪੈਸਾ ਰੋੜੀ ਜਾਵਾਂਗੇ ਪੱਥਰਾਂ ਦੇ, ਲੋਹੇ ਤੇ ਪਰ ਇਹ ਨਹੀਂ ਵੀ ਕਿਸੇ ਗਰੀਬ ਦੀ ਧੀ ਦਾ ਕੋਈ ਕਾਰਜ ਹੋ ਜਾਏ ਜਾਂ ਕੋਈ ਐਜੂਕੇਸ਼ਨ ਹੋ ਜਾਏ, ਮਤਲਬ ਕਬਰਾਂ 'ਤੇ, ਮੜੀਆਂ 'ਤੇ, ਮਸਾਣਾਂ 'ਤੇ ਜਾ ਕੇ ਮਿੱਠੇ ਚੌਲ ਚੜਾਵਾਂਗੇ। ਬਿਲਕੁਲ ਗਲਤ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਲੋਕ ਮਰਿਆਂ ਨੂੰ ਪੂਜਦੇ ਨੇ, ਜਿਉਂਦੇ ਬੰਦੇ ਦੀ ਕਦਰ ਨਹੀਂ ਕਰਦੇ। ਕੋ ਬਤਾਨ ਕੋ ਪੂਜਤ ਹੈ ਬਸ, ਕੋ ਮਰਤਾਨ ਕੋ ਪੂਜਨ ਧਾਇਓ। ਕੂਰ ਕਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਜਿਨ੍ਹਾਂ ਗੁਰੂਆਂ ਨੂੰ, ਜਿਨ੍ਹਾਂ ਭਗਤਾਂ ਨੂੰ ਆਪਾਂ ਮੱਥਾ ਟੇਕਦੇ ਹਾਂ,
ਤੇ ਗੋਲਕਾਂ ਭਰੀਆਂ ਹੋਈਆਂ ਨੇ। ਜਿਉਂਦੇ ਸਾਧ ਸੰਗਤ ਜੀ ਮਾਫ ਕਰਨਾ, ਉਹ ਅੱਤ ਦੀ ਗਰੀਬੀ ਦੇ ਵਿੱਚ ਰਹੇ, ਭਾਵੇਂ ਉਹਨਾਂ ਦਾ ਸੁਭਾਅ ਸੀਗਾ ਭਗਤੀ ਕਰਦਿਆਂ ਉਹਨਾਂ ਉਹੀ ਪ੍ਰਮਾਣ ਕੀਤਾ, ਗਰੀਬੀ 'ਚ ਹੀ ਨਾਮ ਜਪਿਆ ਜਾਂਦਾ। ਹੁਣ ਗੋਲਕਾਂ ਦਾ ਕੀ ਫਾਇਦਾ, ਮੱਥੇ ਟੇਕਣ ਦਾ ਕੀ ਫਾਇਦਾ? ਜਿਉਂਦੇ ਕਬੀਰ ਨੂੰ ਤਾਂ ਗੰਗਾ 'ਚ ਸੁੱਟਤਾ, ਨਾਮਦੇਵ ਨੂੰ ਹਾਥੀ ਅੱਗੇ ਸੁੱਟਿਆ, ਕਬੀਰ ਜੀ ਨੂੰ ਵੀ, ਪ੍ਰਹਿਲਾਦ ਨੂੰ ਅੱਗ 'ਚ ਪਠਾਤਾ, ਗੁਰੂ ਨਾਨਕ ਸਾਹਿਬ ਨੂੰ ਲੋਕਾਂ ਪੱਥਰ ਮਾਰੇ, ਉਹ ਕੀਤਾ ਸਤਿਕਾਰ, 20 ਰੁਪਈਆਂ ਬਦਲੇ ਤੇ ਸਰੀਰ ਨੂੰ ਕਸ਼ਟ ਦਿੱਤਾ। ਗੁਰੂ ਗੋਬਿੰਦ ਸਿੰਘ ਨੂੰ ਆਨੰਦਪੁਰ ਟਿਕਣ ਨਹੀਂ ਦਿੱਤਾ। ਹੁਣ ਜਿੰਨਾ ਮਰਜ਼ੀ ਵਾਈਟ ਬਣਾਈ ਜਾਈਏ, ਜਿਉਂ ਮਹਾਰਾਜ ਨੂੰ ਭਜਾਇਆ ਹਜੂਰ ਸਾਹਿਬ ਜਾ ਕੇ ਸਾਹ ਆਇਆ, ਉੱਥੇ ਵੀ ਕਟਾਰ ਮਾਰ ਕੇ, ਤੇ ਗੁਰੂ ਜੀ ਦਾ ਇਹ ਮੰਨ ਲਓ ਬਹਾਨਾ ਬਣਿਆ। ਕੋਈ ਕੀਤਾ ਸਤਿਕਾਰ, ਮੈਨੂੰ ਮਾਫ ਕਰਨਾ। ਪੱਥਰ ਦੀਆਂ ਮੂਰਤੀਆਂ ਨੂੰ ਹਾਰ ਚੜਾਉਂਦੇ ਹਾਂ ਆਪਾਂ, ਸੋਨੇ ਦੀਆਂ ਬਣਾ ਭੋਗ ਲਵਾਉਂਦੇ ਹਾਂ, ਤੋ ਪਰ ਜਿਉਂਦੇ ਸੰਤ ਭਗਤ ਉਹਨਾਂ ਦੀ ਕੋਈ ਪੂਜਾ ਕੋਈ ਸਤਿਕਾਰ ਨਹੀਂ। ਵੇਖੋ ਮੋਤੀ ਰਾਮ ਮਹਿਰੇ ਨੂੰ 2 ਘੁੱਟ ਦੁੱਧ ਪਿਉਣ ਬਦਲੇ ਕੋਲੂ ਦੇ ਵਿੱਚ ਪੀੜ ਸੁੱਟਿਆ। ਸਤਿਗੁਰੂ ਰਹਿਮਤ ਕਰਨ, ਮਸੀਤ ਦੇ ਵਿੱਚ ਉੱਚੀ ਉੱਚੀ ਆਪਾਂ ਟਾਰਾਂ ਮਾਰਦੇ ਹਾਂ। ਕਬੀਰ ਨੇ ਇਸੇ ਗੱਲ ਨੂੰ ਹੀ ਆਖਿਆ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੈ, ਸਾਈਂ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਪੀਤਰ ਜੋਏ। ਗਾਂ ਦੇ ਗੋਹੇ ਨੂੰ ਲਿਪ ਕੇ ਤੇ ਆਖਾਂਗੇ ਵੀ ਸੁੱਚਾ ਹੋ ਗਿਆ, ਤੇ ਗਾਂ ਨੂੰ ਟੈਕਸ ਲਾਇਆ ਹੋਇਆ। ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨਾ ਜਾਈ, ਮੇਰਾ ਗੋਹੇ ਨਾਲ ਹੀ ਥੋੜ੍ਹਾ ਤਾਰਨਾ ਹੈ। ਗਾਂ ਦਾ ਉਹਦਾ ਤੂੰ ਟੈਕਸ ਮੰਗ ਰਿਹਾ, ਉਹ ਗਰੀਬ ਵਿਚਾਰਾ ਮਸਾਂ ਪਤਾ ਨਹੀਂ ਕਿੱਥੋਂ ਗਾਂ ਲੈ ਕੇ ਆਇਆ, ਉਹ ਕਿੱਥੋਂ ਟੈਕਸ ਦੇਊਗਾ ਪੁਲ ਦੇ ਉੱਪਰ ਲੰਘਣ ਵਾਸਤੇ। ਤੋ ਇਸ ਲਈ ਗੱਲ ਸਮਝਣ ਦੀ ਲੋੜ ਹੈ। ਰੱਬ ਇਹ ਨਹੀਂ ਕੋਈ ਮੂਰਤੀ ਹੈ ਜਾਂ ਕਿਤੇ ਕੁਟੀਆ ਬਣਾ ਕੇ ਬੈਠਾ ਹੋਇਆ, ਜਾਂ ਉਹਨੂੰ ਭੁੱਖ ਲੱਗੀ ਹੈ ਤੇ ਸਾਥੋਂ ਬਗੈਰ ਉਹ ਭੁੱਖਾ ਹੀ ਰਹੂਗਾ ਜੇ ਉਹਨੂੰ ਰੋਟੀ ਦਾ ਭੋਗ ਨਾ ਲਵਾਇਆ। ਤੋ ਇੰਜ ਜੇ ਰੁਮਾਲੇ ਨਾ ਪਾਏ, ਕੱਪੜੇ ਨਾ ਦਿੱਤੇ, ਤੇ ਸ਼ਾਇਦ ਉਹਨੂੰ ਠੰਡ ਲੱਗਦੀ ਰਹੂਗੀ। ਸੋ ਮਹਾਰਾਜ ਦੀ ਜਿਹੜੀ ਮੂਰਤੀ ਹੈ, ਇੱਕ ਤਾਂ ਗੁਰੂ ਦਾ ਸ਼ਬਦ ਹੈ, ਤੇ ਦੂਜਾ ਜਿਹੜਾ ਭਗਵਾਨ ਹੈ। ਕਹਿੰਦੇ ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਾਟੇ ਹੀ ਖੋਜੋ ਭਾਈ। ਉਹ ਸੰਗਤ ਦੇ ਹਿਰਦਿਆਂ 'ਚ ਵੱਸਦਾ ਹੈ। ਜਿਹਨੇ ਰੱਬ ਦੀ ਖੁਸ਼ੀ ਲੈਣੀ ਹੈ ਉਹ ਦੁਨੀਆ ਦੀ ਸੇਵਾ ਕਰੇ, ਤੇ ਦੁਨੀਆ ਦੀ ਸੇਵਾ ਕਰਨ ਤੋਂ ਹੀ ਰੱਬ ਦੀ ਖੁਸ਼ੀ ਹੈ। ਵਿੱਚ ਦੁਨੀਆ ਸੇਵਕ ਕਮਾਈ ਹੈ, ਰੱਬ ਦੀ ਸੇਵਾ, ਦੁਨੀਆ ਦੀ ਸੇਵਾ। ਦੁਨੀਆ 'ਚ ਰਹਿ ਕੇ ਸੇਵਾ ਕਮਾਵਾਂਗੇ ਤਾਂ ਦਰਗਾਹ ਬੈਸਣ ਪਾਈ ਹੈ, ਤਾਂ ਦਰਗਾਹ 'ਚ ਬੈਠਣਾ ਮਿਲੂਗਾ, ਨਹੀਂ ਤਾਂ ਮਹਾਰਾਜ ਭਜਾ ਦਿਓ ਵੀ ਜਾਓ ਭਾਜੋ ਭਾਈ। ਦੁਨੀਆ ਨੂੰ ਤਾਂ ਤੁਸੀਂ ਤੰਗ ਕਰ ਮਾਰਿਆ, ਜ਼ੁਲਮ ਕੀਤਾ, ਤੇ ਮੈਨੂੰ ਹੁਣ ਕਿੱਥੇ ਲੱਭਦੇ ਹੋ? ਤੋ ਇਸ ਲਈ ਪਾਤਸ਼ਾਹ ਜੀ ਦਾ ਬਚਨ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਕੀ ਸਮਝਿਆ ਜੇ? ਮੈਨੂੰ ਵੀ ਸਮਝਾਓ। ਗੁਰ ਕੀ ਮੂਰਤ ਕਿਹੜੀ ਹੈ? ਕਲਗੀਧਰ ਮਹਾਰਾਜ ਜੀ ਦਾ ਰਹਿਤਨਾਮੇ ਵਿੱਚ ਬਚਨ ਹੈ, ਸਿੱਖ ਪੰਚਨ ਮੈਂ ਮੇਰੋ ਵਾਸਾ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਆ ਜੋ ਮਹਾਰਾਜ ਦਾ ਬਾਣਾ ਹੈ, ਜਿਹੜੇ ਬਾਣਿਆਂ ਵਾਲੇ ਸਿੰਘ ਰਹਿਤ ਮਰਜ਼ਾਦਾ 'ਚ ਪਰਪੱਕ ਨੇ, 5 ਹੋਣ ਤਾਂ ਕਹਿੰਦੇ 5 ਪ੍ਰਮਾਣ ਉਹਨਾਂ 'ਚ ਮੇਰਾ ਨਿਵਾਸ ਹੁੰਦਾ। ਜਦੋਂ ਅੰਮ੍ਰਿਤ ਸੰਚਾਰ ਕਰਦੇ, ਗੁਰੂ ਜੀ ਜੋਤੀ ਜੋਤ ਸਮਾਉਣ ਲੱਗੇ, ਤੇ ਮਹਾਰਾਜ ਆਪ ਦੇ ਦਰਸ਼ਨ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ, ਮੇਰੇ ਦਰਸ਼ਨ। ਜੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਰਸ਼ਨ ਨਾ ਹੋ ਪਾਉਣ, ਕਹਿੰਦੇ 5 ਦੇ ਕਰੋ। ਜੇ 5 ਨਾ ਹੋਣ, 1 ਸਿੱਖ 2 ਸਾਧ ਸੰਗ 2 ਦੇ ਕਰੋ। ਜੇ 2 ਵੀ ਨਾ ਹੋਣ, 1 ਦੇ ਕਰ ਲਓ। ਜੇ 1 ਵੀ ਨਾ ਮਿਲੇ, ਕਹਿੰਦੇ ਨਹਾ ਧੋ ਕੇ ਤਿਆਰ ਹੋ ਕੇ ਦਮਾਲਾ ਸਜਾ ਕੇ ਸ਼ੀਸ਼ੇ 'ਚ ਆਪ ਦਾ ਹੀ ਮੂੰਹ ਵੇਖ ਲਿਓ, ਤੁਹਾਡੇ 'ਚੋਂ ਹੀ ਮੈਨੂੰ, ਤੁਹਾਡੇ ਆਪਣੇ ਵਿੱਚੋਂ ਹੀ ਮੇਰੇ ਤੁਹਾਨੂੰ ਦਰਸ਼ਨ ਹੋਣਗੇ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋ ਕਰੋ ਨਿਵਾਸ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਗੁਰੂ ਦੀ ਮੂਰਤੀ ਕਿਹੜੀ ਹੈ? ਗੁਰੂ ਕੀ ਸਾਧ ਸੰਗਤ ਹੈ, ਗੁਰੂ ਦਾ ਖਾਲਸਾ ਹੈ। ਇਉਂ ਮਨ ਦੇ ਵਿੱਚ ਸੰਗਤ ਵਿੱਚ ਬੈਠ ਕੇ ਖਾਲਸੇ ਦੇ ਨਾਲ ਮਿਲ ਕੇ ਤੇ ਸ਼ਬਦ ਦਾ ਅਭਿਆਸ ਕਰਦੇ ਹਾਂ, ਬਾਣੀ ਪੜ੍ਹਦੇ ਹਾਂ,
ਧਿਆਨ ਧਾਰਨਾ ਕਰੋ। ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤੀ ਕਰੀਏ, ਗੁਰੂ ਦਾ ਸ਼ਬਦ ਹੈ। ਗੁਰ ਮੰਤਰ, ਮੂਲ ਮੰਤਰ ਦੇ ਵਿੱਚ ਮਨ ਤੁਹਾਡਾ ਮੰਨਣਾ ਚਾਹੀਦਾ। ਇਉਂ ਚਿੱਤ ਵਿੱਚ ਇਹ ਮਹਾਰਾਜ ਦੀ ਬਾਣੀ ਨਾਮ ਮੰਤਰ, ਬਾਣੀ ਮੰਤਰ ਮਹਾਂਪੁਰਖਣ ਕੀ ਮਨੈ ਉਤਾਰਨ ਮਾਨ ਕੋ, ਇਹ ਮੰਨਣਾ ਕਰੋ। ਗੁਰ ਕੀ ਚਰਨ ਹਿਰਦੈ ਲੈ ਧਾਰੋ। ਸਤਿਗੁਰਾਂ ਦੇ ਚਰਨ ਕਿਹੜੇ ਨੇ? ਸੰਗਤ ਦੇ ਚਰਨ। ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਵਿੱਚ ਧਿਆਨ ਲਾ ਕੇ ਧਾਰਨਾ ਕਰੋ। ਜਾਂ ਚਿੱਤ ਚਰਨ ਨਾਮ, ਜਿਹੜਾ ਵਾਹਿਗੁਰੂ ਨਾਮ ਹੈ, ਇਹੀ ਚਿੱਤ ਵਿੱਚ ਗੁਰਾਂ ਦੇ ਚਰਨ ਧਾਰਨੇ ਹਨ। ਗੁਰ ਪਾਰ ਬ੍ਰਹਮ ਸਦਾ ਨਮਸਕਾਰੋ। ਗੁਰਾਂ ਦੇ ਸ਼ਬਦ ਰੂਪ ਚਰਨਾਂ ਨੂੰ ਹਿਰਦੇ 'ਚ ਧਿਆਨ ਲਾ ਕੇ ਧਾਰਨਾ ਕਰੋ। ਪਾਰ ਬ੍ਰਹਮ ਪਰਮੇਸ਼ਰ ਸਰੂਪ ਸਤਿਗੁਰਾਂ ਨੂੰ ਹਮੇਸ਼ਾ ਹੀ ਨਮਸਕਾਰ, ਡੰਡੌਤ ਬੰਦਨਾ, ਅਨਕ ਬਾਰ ਜਾਉ ਬਾਰੈ, ਹਮੇਸ਼ਾ ਨਮਸਕਾਰ ਕਰੋ। ਮਤ ਕੋ ਭਰਮ ਭੁੱਲੈ ਸੰਸਾਰ। ਮਤਾਂ ਕੋਈ ਸੰਸਾਰ ਜਗਤ ਦਾ ਜੀ ਭੁਲੇਖੇ ਵਿੱਚ ਭੁੱਲਣਾ ਕਰੇ। ਗੁਰ ਬਿਨ ਕੋਈ ਨਾ ਉਤਰਸੇ ਪਾਰ। ਕਿ ਗੁਰਾਂ ਤੋਂ ਬਗੈਰ ਵੀ ਪਾਰ ਉਤਾਰਾ ਹੋ ਜਾਏਗਾ। ਪਰੰਤੂ ਇਸ ਨਿਯਮ ਨੂੰ ਸਮਝ ਲਓ ਕਿ ਗੁਰੂ ਉਪਦੇਸ਼ ਤੋਂ ਬਿਨਾ ਕੋਈ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਜੇ ਉਤਰ ਸਕਦਾ, ਲੰਘ ਸਕਦਾ। ਇਸ ਲਈ ਗੁਰੂ ਗੁਰੂ ਗੁਰ ਕਰ ਮਨ ਮੋਰ। ਸੋ ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਤੋਂ ਬਗੈਰ ਦੁਨੀਆ ਦੇ ਵਿੱਚ ਕੋਈ ਵੀ ਨਹੀਂ ਹੈ। ਗੁਰ ਬਿਨ ਘੋਰ ਅੰਧਾਰ, ਜਿਹੜਾ ਸਾਨੂੰ ਗਿਆਨ ਦੇ ਸਕੇ, ਗੁਰੂ ਨਾਨਕ ਸਾਹਿਬ ਤੋਂ ਬਗੈਰ ਕੋਈ ਵੀ ਨਹੀਂ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕੈ ਸ਼ਬਦ ਸੁਭੁਨ ਅਗਨ ਕਟੈ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ। ਗੁਰੂ ਸਤ ਕਬ ਨਲ ਕਹਿ, ਜਿਨ ਗੁਰੂ ਨ ਦੇਖਿਓ ਨਹੁ ਕੀਓ। ਤੇ ਅਕਿਆਤ ਸੰਸਾਰ ਮੈਂ ਹੈ। ਜਿਨ੍ਹਾਂ ਗੁਰੂ ਦੇ ਦਰਸ਼ਨ ਨਹੀਂ ਕੀਤੇ, ਸੰਸਾਰ ਵਿੱਚ ਆਇਆ, ਉਹਨਾਂ ਦਾ ਨਿਸਫਲ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ। ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾ ਕੀ ਕੋਇ ਨਾ ਮੇਟੈ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪਰਵਾਨ ਰਹਾਉ। ਗੁਰ ਚਰਣੀ ਜਾ ਕਾ ਮਨ ਲਾਗੈ, ਦੁਖ ਦਰਦ ਬ੍ਰਹਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਣ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, गुर के सेवक की पूर्ण काल। गुर के सेवक को दुख न व्यापै, गुर का सेवक दह दह जापै। गुर की महिमा कथ न जाए, पार ब्रह्म गुर रह्या समाए। कहो नानक जाके पूरे भाग, गुर चरनी तांका मन लाग। ਮਤਾਂ ਕੋਈ ਭਰਮ ਦੇ ਵਿੱਚ ਭੁਲੇਖੇ ਵਿੱਚ ਪੈ ਜਾਏ। ਅੱਜ ਤੱਕ ਜਿੰਨੇ ਵੀ ਤਰੇ ਗੁਰੂ ਵਾਲੇ ਤਰੇ ਨੇ, ਗੁਰੂ ਤੋਂ ਬਗੈਰ ਕਿਸੇ ਦਾ ਵੀ ਪਾਰ ਉਤਾਰਾ ਨਹੀਂ ਹੋ ਸਕਦਾ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਕਉ ਗੁਰ ਮਾਰਗੇ ਪਾਇਆ। 84 ਲੱਖ ਜੂਨਾਂ 'ਚ ਪੈ ਕੇ ਸਰੂਪ ਦੇ ਗਿਆਨ ਵੱਲੋਂ ਭੁੱਲੇ ਹੋਏ ਜੀਵ ਨੂੰ ਜਾਂ ਭੁੱਲੇ ਮਨ ਨੂੰ ਸਤਿਗੁਰਾਂ ਨੇ ਪ੍ਰੇਮਾ ਭਗਤੀ ਗਿਆਨ ਜਾਂ ਸਿੱਖੀ ਦੇ ਰਸਤੇ ਤੇ ਪਾਇਆ ਹੈ। ਅਵਰ ਤਿਆਗ ਹਰ ਭਗਤੀ ਲਾਇਆ। ਹਰ ਹੋਰ ਦੇਵੀ ਦੇਵਤ ਆਦਿਕ ਸਭਨਾਂ ਦੀ ਉਪਾਸਨਾ ਜਾਂ ਸਭ ਕੁਝ ਤਿਆਗ ਕੇ ਛੁਡਵਾ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ ਵਿੱਚ ਲਾ ਦਿੱਤਾ ਹੈ। ਭੁੱਲੇ ਮਾਰਗ ਜਿਨੇ ਬਤਾਇਆ, ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ, ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਰਹਾਉ। ਇਉਂ ਸੋ ਕਾਮ ਕ੍ਰੋਧ ਲੋਭ ਮੋਹਿ ਮਨ ਲੀਨਾ, ਬੰਧਨ ਕਾਟ ਮੁਕਤ ਗੁਰ ਕੀਨਾ। ਦੁਖ ਸੁਖ ਕਰਤ ਜਨ ਫਨਮੂਆ, ਚਰਨ ਕਮਲ ਗੁਰ ਆਸ਼ਰਮ ਦੀਆ। ਅਗਨ ਸਾਗਰ ਬੂੜਤ ਸੰਸਾਰਾ, ਸਭ ਸੰਸਾਰ ਅੱਗ ਦੇ ਸਮੁੰਦਰ 'ਚ ਡੁੱਬ ਰਿਹਾ। ਨਾਨਕ ਬਾਹਾਂ ਪਕੜ ਸਤਿਗੁਰ ਨੇ ਸਤਾਰਾ। ਜਿਹਦੀ ਗੁਰੂ ਨਾਨਕ ਨੇ ਬਾਂਹ ਪਕੜੀ ਹੈ,
ਸਤਿਗੁਰੂ ਮਹਾਰਾਜ ਨੇ ਉਹਨਾਂ ਨੂੰ ਖਿੱਚ ਕੇ ਬਾਹਰ ਕੱਢ ਕੇ ਅੱਗ ਦੇ ਸਮੁੰਦਰ ਦੇ ਵਿੱਚੋਂ ਪਾਰ ਉਤਾਰ ਦਿੱਤਾ ਹੈ। ਅਵਰ ਤਿਆਗ ਹਰ ਭਗਤੀ ਲਾਇਆ, ਮੈਂ ਸਭ ਕੇ ਛੋੜ ਪ੍ਰਭ ਤੋਂ ਹੀ ਤੇ ਆਇਆ, ਸਭ ਕੁਝ ਛੁਡਵਾ ਕੇ ਪਰਮੇਸ਼ਰ ਦੀ ਪ੍ਰੇਮਾ ਭਗਤੀ 'ਚ ਲਾ ਦਿੱਤਾ। ਜਨਮ ਮਰਨ ਕੀ ਤਰਾਸ ਮਿਟਾਈ, ਅਤੇ ਹਿਰਦੇ ਅੰਦਰੋਂ ਜੰਮਣ ਮਰਨ ਦੀ ਜਿਹੜੀ ਖੌਫਤਾਈ ਉਹ ਵੀ ਦੂਰ ਕਰ ਦਿੱਤੀ ਹੈ। ਗੁਰਪੂਰੇ ਕੀ ਬੇਅੰਤ ਵਡਾਈ, ਇਸ ਕਰਕੇ ਪੂਰੇ ਸਤਿਗੁਰਾਂ ਦੀ ਅਨੰਤ ਵਡਿਆਈ ਮਹਿਮਾ ਹੈ। ਗੁਰ ਪ੍ਰਸਾਦ ਊਰਦ ਕਮਲ ਵਿਗਾਸ, ਜਿਵੇਂ ਜੋਗੀ ਲੋਕ ਪ੍ਰਾਣਾਯਾਮ ਕਰਕੇ ਹਿਰਦੇ ਦੀ ਪੌਣ ਪ੍ਰਾਣ ਦੇ ਮੂਲ ਦੁਆਰੇ ਦੀ ਪੌਣ ਅਪਾਨ ਨੂੰ ਰੋਕ ਕੇ ਚਲਾਉਂਦੇ ਨੇ, ਜਿਸ ਕਰਕੇ ਭੁਜੰਗਮਾ ਨਾੜੀ ਦੀ ਸਾਰੀ ਮਿੱਝ ਪਿਘਲ ਜਾਂਦੀ ਹੈ। ਇਸ ਕਰਕੇ ਉਹ ਜੋਗੀ ਲੋਕ 10ਵੇਂ ਦੁਆਰ 'ਚ ਜਾਂਦੇ ਨੇ। ਭੁਜੰਗਮਾ ਨਾਮ ਸੱਪ ਦਾ ਸਾਡੀ ਰੀੜ੍ਹ ਦੀ ਹੱਡੀ ਨੂੰ ਇੱਕ ਨਾੜੀ ਨੇ ਵਲੇਟਾ ਮਾਰਿਆ, ਉਹਦਾ ਨਾਮ ਹੈ ਭੁਜੰਗਮਾ ਨਾੜੀ, ਜੋ ਗੁਦਾ ਤੋਂ ਚੱਲਦੀ ਹੈ ਤੇ ਉੱਪਰ ਤੱਕ ਜਾਂਦੀ ਹੈ 10ਵੇਂ ਦੁਆਰ ਤੱਕ। ਇਨ ਜੋਗੀ ਲੋਕ ਆਪਣਾ ਹਿਰਦੇ ਕਮਲ ਸਿੱਧਾ ਕਰਦੇ ਨੇ। ਹਿਰਦੇ ਰੂਪੀ ਕਮਲ ਸਿੱਧਾ ਹੋਣ ਤੋਂ ਉਹਨਾਂ ਨੂੰ ਵਾਏ ਪਿੱਤ ਕਫ ਆਦਿਕ ਰੋਗ ਨਹੀਂ ਹੁੰਦੇ, ਤੇ 10ਵੇਂ ਦੁਆਰ ਚੋਂ ਡਿੱਗਦੀ ਮਿੱਠੀ ਕਫ ਨੂੰ ਪ੍ਰਾਪਤ ਕਰਕੇ ਯੋਗ ਦਾ ਆਨੰਦ ਸਮਝਦੇ ਨੇ। ਬਾਕੀਆਂ ਦੇ ਤਾਂ ਉਹ ਕਫ ਜਠ ਰਗਣ 'ਚ ਡਿੱਗ ਕੇ ਸੜ ਜਾਂਦੀ ਹੈ, ਪਰ ਜੋਗੀਆਂ ਦੇ ਹਿਰਦੇ ਵਿੱਚ ਡਿੱਗਦੀ ਹੈ, ਜਿਸ ਕਰਕੇ ਉਹ ਲੰਮੀ ਉਮਰ ਵਾਲੇ ਹੋ ਜਾਂਦੇ ਨੇ। ਇੰਜ ਉਹਨਾਂ ਨੂੰ ਭੁੱਖ ਵੀ ਨਹੀਂ ਲੱਗਦੀ। ਜਿਸ ਜੀਵ ਦਾ ਗੁਰਾਂ ਦੀ ਕਿਰਪਾ ਕਰਕੇ ਪਰਮੇਸ਼ਰ ਤੋਂ ਬੇਮੁਖ ਹੋਣ ਰੂਪ ਸੋ ਪੁੱਠਾ ਕਮਲ ਹੋਇਆ ਪਿਆ, ਹਿਰਦੇ ਰੂਪੀ ਕਮਲ ਸਾਧ ਸੰਗਤ ਜੀ ਮੁੱਧਾ ਹੋਇਆ ਪਿਆ, ਸਾਰਿਆਂ ਦਾ ਮੁੱਧਾ ਹੀ ਹੁੰਦਾ ਹੈ, ਪਰ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜਾਏ, ਮਹਾਰਾਜ ਦੇ ਸਨਮੁਖ ਹੋਣ ਰੂਪ ਉਹਦਾ ਖਿੜ ਜਾਂਦਾ ਊਰਧ ਕਮਲ ਵਿਗਾਸ। ਉਹਦੀਆਂ ਕਰੁਣਾ ਮਦਤਾ ਮੈਤਰੀ ਅਪੇਖਿਆ ਰੂਪ ਪੰਖੜੀਆਂ ਖਿੜ ਆਉਂਦੀਆਂ, ਤੇ ਉਹਦੀ ਵਾਸ਼ਨਾ ਰੂਪ ਵਾਏ ਤੇ ਪਾਪਾਂ ਰੂਪ ਪਿੱਤ ਕਾਮ ਰੂਪੀ ਕਾਫ ਆਦਿਕ ਰੋਗ ਵੀ ਨਾਸ਼ ਹੋ ਜਾਂਦੇ, ਅਤੇ ਪ੍ਰਭੂ ਦੀ ਪ੍ਰਾਪਤੀ ਵਾਲੀ ਆਨੰਦ ਰੂਪ ਮਹਿਕ ਵੀ ਨਿਕਲ ਆਉਂਦੀ ਹੈ। ਫਿਰ ਜੀਵਨ ਮੁਕਤੀ ਨੂੰ ਪ੍ਰਾਪਤ ਕਰਕੇ ਅਬਨਾਸੀ ਪਦ ਦੇ ਵਿੱਚ ਅਭੇਦ ਹੋਣ ਰੂਪ ਲੰਬੀ ਉਮਰ ਵਾਲਾ ਹੋ ਜਾਂਦਾ ਹੈ। ਅੰਧਕਾਰ ਮਹਿ ਭਇਆ ਪ੍ਰਗਾਸ, ਉਹਨੂੰ ਅਗਿਆਨ ਰੂਪ ਹਨੇਰੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ, ਚਾਨਣ ਹੋ ਗਿਆ। ਇੱਕ ਵਾਰ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਵੱਡੇ ਮਹਾਂਪੁਰਖਾਂ ਕੋਲ ਆ ਕੇ ਕਹਿਣ ਲੱਗੇ ਕਿ ਜੀ ਮੈਨੂੰ ਬਾਣੀ ਜਗਦੀ ਦਿਖਦੀ ਹੈ, ਬਾਣੀ ਦਾ ਪ੍ਰਕਾਸ਼ ਹੁੰਦਾ ਹੈ, ਤੇ ਮੈਂ ਬਿਨਾਂ ਲਾਈਟ ਤੋਂ ਹਨੇਰੇ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਦਾ ਹਾਂ। ਸੰਤ ਬੜੇ ਖੁਸ਼ ਹੋਏ, ਕਹਿੰਦੇ ਫਿਰ ਰਾਤ ਨੂੰ ਆ ਕੇ ਮੈਨੂੰ ਪਾਠ ਸੁਣਾਈ। ਤਾਂ ਬਿਨਾਂ ਕਿਸੇ ਦੀਵੇ ਬੱਤੀ ਤੋਂ ਰਾਤ ਦੇ ਹਨੇਰੇ 'ਚ ਸੰਤ ਜਰਨੈਲ ਸਿੰਘ ਹੋਣਾ ਨੇ ਸੈਂਚੀਆਂ ਤੋਂ ਮਹਾਂਪੁਰਖਾਂ ਦੇ ਆਸਣ ਦੇ ਉਹਨਾਂ ਨੂੰ ਪਾਠ ਕਰਕੇ ਸੁਣਾਇਆ ਹਨੇਰੇ ਵਿੱਚ। ਕਹਿੰਦੇ ਵੀ ਇਹ ਬਚਨ ਦਸੀਦਾ ਨਹੀਂ, ਸਾਂਭ ਕੇ ਰੱਖਣਾ ਬਣਦਾ ਹੈ। ਤੋ ਇਸੇ ਪ੍ਰਕਾਰ ਸੰਤ ਸੁੰਦਰ ਸਿੰਘ ਸਾਹਿਬ ਜੀ ਦੇ ਵੇਲੇ ਵੀ ਸੰਤ ਗੁਰਬਚਨ ਸਿੰਘ ਸਾਹਿਬ ਜੀ ਦੀ ਸਾਖੀ ਹੈ, ਖਾਲਸਾ ਜੀਵਨ 'ਚ ਲਿਖੀ ਹੋਈ ਹੈ। ਬੋਲੀ ਸਾਹਿਬ ਵਾਲੇ ਅਸਥਾਨ ਦੇ ਭਿੰਡਰੀ ਉਹ ਤਪ ਕਰ ਰਹੇ ਸੀ। ਆ ਕੇ ਇੱਕ ਦਿਨ ਮਹਾਂਪੁਰਖਾਂ ਨੂੰ ਕਹਿਣ ਲੱਗੇ ਕਿ ਮੇਰੇ ਅੱਖਾਂ ਦੇ ਅੱਗੋਂ ਦੀ ਸੁਨਹਿਰੀ ਰੰਗ ਦੇ ਅੱਖਰਾਂ ਦੇ ਵਿੱਚ ਸੰਸਕ੍ਰਿਤ 'ਚ ਲਿਖੇ ਹੋਏ ਵੇਦ ਲੰਘੇ ਨੇ, ਉਹਨਾਂ ਦੀਆਂ ਸੁਰਤੀਆਂ ਮੇਰੇ ਅੱਖਾਂ ਦੇ ਅੱਗੋਂ ਦੀ ਲੰਘੀਆਂ ਹਨ। ਕਹਿੰਦੇ ਕੱਲ੍ਹ ਨੂੰ ਲਿਖ ਕੇ ਲਿਆਈ। ਉਹਨਾਂ ਲਿਖ ਕੇ ਵੀ ਦਿੱਤੀ ਸੁਰਤੀ, ਕਿਉਂਕਿ ਮੈਂ ਸੰਸਕ੍ਰਿਤ ਪੜ੍ਹਿਆ ਨਹੀਂ, ਇਸ ਲਈ ਮੈਂ ਤੁਹਾਨੂੰ ਸੁਣਾ ਨਹੀਂ ਸਕਦਾ, ਜ਼ਬਾਨੀ ਯਾਦ ਨਹੀਂ ਹੋਈ, ਲਿਖੀ ਹੈ ਸਾਡੇ ਕੋਲ। ਫਿਰ ਮਹਾਂਪੁਰ ਕਹਿੰਦੇ ਫਿਰ ਅਗਾਂਹ ਕਿਸੇ ਨੂੰ ਬਚਨ ਨਾ ਦੱਸੀ, ਤੇਰੇ ਤੇ ਮਹਾਰਾਜ ਦੀ ਕਿਰਪਾ ਹੋ ਗਈ। ਜੋ ਸੁਖਮਨੀ ਸਾਹਿਬ 'ਚ ਲਿਖਿਆ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭੂ ਦੇ ਸਿਮਰਨ ਦੇ ਵਿੱਚ ਹੀ ਸਾਰੇ ਗਿਆਨ, ਸਾਰੇ ਧਿਆਨ ਤੇ ਤਤ ਸਿਧਾਂਤ ਨੂੰ ਜਾਣਨ ਦੀ
ਬੁੱਧ ਪ੍ਰਾਪਤ ਹੋ ਜਾਂਦੀ ਹੈ। ਇਸ ਲਈ ਉਲਟੇ ਸਿੱਧੇ ਹੋ ਕੇ ਵੀ ਕੋਈ ਆਸਨ ਉਸਨ ਲਾਉਣ ਦੀ ਲੋੜ ਨਹੀਂ ਹੈ। ਬਸ ਜਿਵੇਂ ਵੀ ਹੋਵੇ ਉਸ ਤਰ੍ਹਾਂ ਵਾਹਿਗੁਰੂ ਕਹੀ ਜਾਵੇ। ਵਾਹਿਗੁਰੂ ਮੂੰਹੋਂ ਨਿਕਲਣਾ ਚਾਹੀਦਾ, ਸੁਣਨਾ ਚਾਹੀਦਾ, ਕਰੇ ਜਿਸ ਤਰ੍ਹਾਂ ਮਰਜ਼ੀ। ਇਹ ਵਾਹਿਗੁਰੂ ਦੀ ਆਪ ਦੀ ਮਰਜ਼ੀ ਹੈ ਕਿ ਉਹ ਜੋਗੀਆਂ ਵਾਂਗ ਦਿਖਾ ਦੇ ਜਾਂ ਵੈਸੇ ਸੁਤੇਸੇ ਦੀ ਕਿਰਪਾ ਕਰ ਦੇਵੇ। ਜੋਗੀ ਲੋਕ ਤਾਂ ਬੜਾ ਯਤਨ ਕਰਦੇ ਨੇ, ਪਰ ਗੁਰੂ ਦੇ ਸਿੱਖ ਨੂੰ ਗੁਰੂ ਦੀ ਕਿਰਪਾ ਦੇ ਨਾਲ ਅਨਭੋਲ ਹੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ। ਜਪਜੀ ਸਾਹਿਬ ਦੇ ਪਾਠ ਕਰਦਿਆਂ ਬੋਪਾ ਰਾਏ ਨਗਰ ਜਦ 84ਵਾਂ ਪਾਠ ਕਰ ਰਹੇ ਸੀ, 101 ਡੇਲੀ ਕਰਿਆ ਕਰਦੇ, 1.25 ਲੱਖ ਦੇ ਜਪਜੀ ਸਾਹਿਬ ਦੇ ਭੋਗ ਬਾਬੇ ਸੁੰਦਰ ਸਿੰਘ ਨੇ ਪਵਾਏ। ਸਭੇ ਸਿੰਘਾਂ ਨੂੰ ਬਾਣੀ ਵੰਡੀ ਹੋਈ ਸੀ ਵੀ ਇੰਨੇ ਨੇ ਪਾਠ ਕਰਨੇ। ਸੰਤਾਂ ਨੂੰ ਗੁਰਬਚਨ ਸੋਹਣਾ ਨੂੰ ਪੁੱਛਿਆ ਵੀ ਤੁਸੀਂ ਕਿੰਨੇ ਕਰੋਗੇ? ਕਹਿੰਦੇ ਵੀ ਜਿੰਨੇ ਮਰਜ਼ੀ ਲਾ ਦਿਓ। ਕਹਿੰਦੇ ਫਿਰ ਵੀ ਦੱਸੋ? ਕਹਿੰਦੇ ਜਿੰਨੇ ਬਾਬਾ ਜੀ ਦੀਪ ਸਿੰਘ ਸਾਹਿਬ ਜੀ ਕਰਦੇ ਹੁੰਦੇ। ਕਹਿੰਦੇ ਉਹ ਤਾਂ 101 ਕਰਦੇ। ਕਹਿੰਦੇ ਫਿਰ ਇੰਨੇ ਬਖਸ਼ ਦਿਓ, ਡੇਲੀ ਕਰਦੇ। ਸੋ ਜਪਜੀ ਸਾਹਿਬ ਦੇ ਪਾਠ ਪੜ੍ਹਨ ਸੁਣਨ ਤੋਂ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਪੰਜਾਂ ਪਿਆਰਿਆਂ ਨੇ ਅੰਮ੍ਰਿਤ ਛਕਾਉਣ ਵਕਤ ਬਚਨ ਦੱਸਿਆ। ਇੱਕ ਦਿਨ ਜਦ 84ਵਾਂ ਪਾਠ ਚੱਲ ਰਿਹਾ ਸੀ, ਉਹਦੇ 'ਚ ਪੰਕਤੀ ਪੜ੍ਹੇ ਸੀ, ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ। ਇਹ ਪੰਕਤੀ ਪੜ੍ਹਦਿਆਂ ਇੰਨੀ ਜ਼ਬਰਦਸਤ ਆਵਾਜ਼ ਆਈ ਵੀ ਜਿਸ ਤਰ੍ਹਾਂ ਬੰਬ ਫਟਿਆ ਹੋਵੇ। ਇੱਕਦਮ ਘਬਰਾ ਗਏ, ਉੱਠ ਕੇ ਭੱਜ ਤੁਰੇ। ਸੱਜੇ ਖੱਬੇ ਵੇਖਿਆ ਕੀ ਹੋਇਆ, ਲੱਭੇ ਕੁਛ ਵੀ ਨਾ। ਆਵਾਜ਼ ਬਹੁਤ ਜ਼ਿਆਦੀ ਕੰਨ ਪਾੜਵੀਂ ਆਵਾਜ਼ ਆਈ। ਭੱਜੇ ਭੱਜੇ ਮਹਾਂਪੁਰਖਾਂ ਕੋਲ ਆਏ। ਕਹਿੰਦੇ ਪਤਾ ਨਹੀਂ ਕੀ ਹੋਇਆ ਜੀ, ਪਾਠ ਕਰਦਿਆਂ ਹੋਇਆ। ਕਹਿੰਦੇ ਕੋਈ ਨਹੀਂ, ਤੂੰ ਪਾਠ ਪੜ੍ਹੀ ਜਾ, ਗੁਰੂ ਮਹਾਰਾਜ ਨੇ ਤੇਰੇ ਤੇ ਕਿਰਪਾ ਕਰ ਦਿੱਤੀ ਹੈ। ਵਿੱਚ ਪੜਦਾ ਦੂਰ ਪਈ ਆਸ, ਵਿੱਚ ਹਉਮੈ ਭੀਤ ਕਰਾਰੀ। ਕਿ ਕੂੜਾ ਟੁੱਟੈ ਪਾਲ, ਕੂੜ ਦੀ ਕੰਧ ਕਹਿ ਲਓ, ਹਉਮੈ ਦਾ ਪੜਦਾ ਕਹਿ ਲਓ। ਭੰਬੀਰੀ ਕੇ ਪਾਤ ਪਰਦੋ, ਹੈ ਭੰਬੀਰੀ ਦੇ ਖੰਭ ਤੋਂ ਵੀ ਬਰੀਕ, ਪਰ ਦਿਖਦਾ ਨਹੀਂ। ਜੇ ਦਿਖਦਾ ਹੋਵੇ ਤੇ ਆਪਾਂ PGI ਡਾਕਟਰਾਂ ਨਾਲ ਗੱਲ ਕਰਕੇ ਕਹੀਏ ਵੀ ਸਾਡਾ ਪੜਦਾ ਪਾੜ ਦਿਓ ਜੀ, ਸੂਈ ਮਾਰ ਕੇ ਸਾਨੂੰ ਬ੍ਰਹਮ ਗਿਆਨ ਕਰਾ ਦਿਓ। ਇੱਕ ਪਾਸੇ ਵਾਹਿਗੁਰੂ ਦੀ ਜੋਤ, ਦੂਜੇ ਪਾਸੇ ਜੀਵ ਹੈ। ਉਹਨੂੰ ਅਗਿਆਨ ਕਹਿ ਲਓ ਜਾਂ ਤਖਤੇ ਕਹਿ ਲਓ। ਆਸਾਂ ਦੇਸਾਂ ਦੋਏ ਪਟ ਚੜੇ, ਇੱਕੋ ਹੀ ਚੀਜ਼ ਦੇ ਕਈ ਨਾਮ ਨੇ। ਆਪਰੇਸ਼ਨ ਕਰਕੇ ਤਾਂ ਫਿਰ ਸਾਰੇ ਹੀ ਬ੍ਰਹਮ ਗਿਆਨੀ ਬਣ ਜਾਣ, ਪਰ ਇਹ ਗੁਰੂ ਦੀ ਕਿਰਪਾ ਦੇ ਨਾਲ ਪੜਦਾ ਪਾੜਦਾ। ਤੋ ਜਿਸ ਦਾ ਪਾੜ ਜਾਏ, ਜਿਸ ਦੀ ਕੂੜ ਦੀ ਕੰਧ ਟੁੱਟ ਜਾਏ ਤੇ ਜਿਹਦੇ ਤਖਤੇ ਖੁੱਲ੍ਹ ਜਾਣ, ਉਹਨੂੰ ਗਿਆਨ ਦਾ ਚਾਨਣ ਹੁੰਦਾ। ਕਈ ਬਾਣੀ ਦੀ ਵਿਰੋਧਤਾ ਕਰਦੇ ਨੇ। ਵਿਰੋਧਤਾ ਦਾ ਮਤਲਬ ਇਹ ਹੈ ਵੀ ਪੜ੍ਹਦੇ ਬਾਣੀ ਹੋਈ ਨੇ, ਕੀਰਤਨ ਵੀ ਕਰਦੇ। ਕਹਿੰਦੇ ਵੀ ਜਦੋਂ ਜਾਪ ਕਰਨਾ ਵਾਹਿਗੁਰੂ ਵਾਹਿਗੁਰੂ ਦਾ ਕਰੋ। ਰਾਧਾ ਸੁਆਮੀ ਜਾਂ ਸਰਸੇ ਵਾਲੇ ਆ ਜਿੰਨੇ ਵੀ ਪਖੰਡੀ ਸਾਧੂ ਸੰਤ ਤੁਰੇ ਫਿਰਦੇ ਨੇ, ਉਹ ਇਹੀ ਪ੍ਰਚਾਰ ਕਰਦੇ ਕਿ ਜੀ ਬਾਣੀ ਤਾਂ ਕਹਿੰਦੀ ਨਾਮ ਜਪੋ। ਇਹ ਦੱਸੋ ਕੀ ਕਰੀਏ? ਕਹਿੰਦੇ ਨਾਮ ਜਪੋ। ਕਿਹੜਾ ਜਪੀਏ ਜੀ? ਇੱਧਰ ਕੰਨ ਕਰੋ, ਮੈਂ ਸੁਣਾਉਂਦਾ। ਕੰਨ 'ਚ ਦਿੰਦੇ ਨੇ, ਮੈਂ ਤੇਰਾ ਗੁਰ ਤੇ ਤੂੰ ਮੇਰਾ ਚੇਲਾ। ਕੰਨਾ ਮੁੰਨਾ ਕੁਰ, ਮੈਂ ਤੇਰਾ ਗੁਰ ਤੇ ਤੂੰ ਮੇਰਾ ਚੇਲਾ। ਆਹ ਮਾਲਾ ਫੜ ਤੇ ਮਾਲਾ ਫੇਰੀ ਜਾ, ਮਾਲਾ ਵੀ ਸਾਥੋਂ ਲੈ। ਮਤਲਬ ਪੜ੍ਹੋ ਬਾਣੀ, ਕਥਾ ਬਾਣੀ ਦੀ ਹੋਵੇ ਤੇ ਵਰਤਦੇ ਆਪ ਦੀ ਪੂਜਾ ਵਾਸਤੇ ਨੇ। ਪੁੰਨਿਆ ਮਸਿਆ ਲੋਕਾਂ ਨੇ ਸਟੰਟ ਬਣਾਇਆ ਹੋਇਆ, ਜਾਂ ਸਾਲ ਬਾਅਦ ਭੰਡਾਰਾ ਜੀ ਸਾਡੇ ਡੇਰੇ ਆਓ। ਡੇਰੇ ਦਾ ਮਤਲਬ ਕੀ ਹੋਇਆ? ਲੋਕਾਂ ਨੂੰ ਕਹੋ ਦਰਬਾਰ ਸਾਹਿਬ ਜਾਓ, ਹਰਿਮੰਦਰ ਸਾਹਿਬ ਦੇ ਦਰਸ਼ਨ ਕਰੋ। ਜਿੱਥੇ ਗੁਰਦੁਆਰਾ ਕੀ ਉੱਥੇ ਨਹੀਂ ਆਪਾਂ ਰੱਬ ਦਾ ਨਾਮ ਲੈ ਸਕਦੇ? ਕੋਈ ਬਹੁਤਾ ਜ਼ਿਆਦਾ ਵੀ ਜੋੜ ਮੇਲਾ ਡੇਰਿਆਂ 'ਚ ਹੀ ਹੁੰਦਾ। ਮਾਫ ਕਰਨਾ, ਉਹ ਸਿਰਫ ਆਪ ਦੀ ਖਾਤਰ ਵਰਤਦੇ ਬਾਣੀ ਨੂੰ ਤੇ ਨਾਮ ਆਪ ਦਾ ਹੀ ਦਿੰਦੇ ਹਨ। ਇਸ ਤਰ੍ਹਾਂ ਉਹਨਾਂ ਦੀ ਇਹ ਭਾਵਨਾ ਹੈ ਪੂਜਾ ਦੀ। ਸਤਿਗੁਰਾਂ ਨੇ ਸਾਨੂੰ ਸਿੱਧਾ ਅਕਾਲ ਪੁਰਖ ਨਾਲ ਜੋੜਿਆ, ਕੋਈ ਵਿੱਚ ਵਿਚੋਲਾ ਨਹੀਂ ਪਾਇਆ। ਮਹਾਰਾਜ ਨੇ ਆਖਿਆ ਪੂਜਾ ਕੀਚੈ ਨਾਮ ਤੇ ਆਈਏ, ਮੈਂ ਨਾਮੈ ਪੂਜ ਨਾ ਹੋਏ। ਕਿਹੜਾ ਕਹਿੰਦਾ ਵੀ ਬਾਣੀ ਪੜ੍ਹਨ ਤੋਂ ਬ੍ਰਹਮ ਗਿਆਨ ਨਹੀਂ ਹੁੰਦਾ? ਚੰਗੇ ਭਲੇ ਲੋਕ ਕਹਿੰਦੇ ਆਖੇ ਜੀ ਅਖੰਡ ਪਾਠੀ ਬ੍ਰਹਮ ਗਿਆਨੀ ਨਾ ਬਣ ਜਾਣ, ਫਿਰ ਇੰਨੀਆਂ ਰੌਲਾ ਲਾਉਂਦੇ ਨੇ। ਬੰਦਾ ਪੁੱਛੇ ਵੀ ਬੰਦੇ ਦਾ ਧਿਆਨ ਵੀ ਹੋਣਾ ਚਾਹੀਦਾ।
100 ਬੰਦਾ ਇਕੱਠਾ ਕਰ ਲਓ, ਮੈਨੂੰ ਹੀ ਤੁਸੀਂ ਪੁੱਛੋ ਵੀ ਤੂੰ ਬ੍ਰਹਮ ਗਿਆਨੀ ਬਣਨਾ, ਮੈਂ ਆਖੂੰਗਾ ਵੀ ਮੈਨੂੰ ਤਾਂ ਮਾਇਆ ਚਾਹੀਦੀ ਹੈ ਭਾਈ, ਲੀੜਾ ਕੱਪੜਾ ਚਾਹੀਦਾ, ਮੈਂ ਚਾਹੁੰਦਾ ਹੀ ਨਹੀਂ ਬ੍ਰਹਮ ਗਿਆਨੀ ਬਣਨਾ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਕਿਸੇ ਨੂੰ ਦੁੱਧ ਚਾਹੀਦਾ, ਕਿਸੇ ਨੂੰ ਪੁੱਤ ਚਾਹੀਦਾ, ਕਿਸੇ ਨੂੰ ਪੈਸਾ ਚਾਹੀਦਾ। ਅਸੀਂ ਗ੍ਰਸਤੀ ਲੋਕ ਆ, ਜਾਂ ਤੇ ਬੰਦਾ ਕਹੇ ਵੀ ਮਹਾਰਾਜ ਬ੍ਰਹਮ ਗਿਆਨ ਦੇ, ਜਿਹੜੀ ਅਰਦਾਸ ਕਰਾਂਗੇ ਮੰਨੀ ਤਾਂ ਉਹੀ ਜਾਊਗੀ ਨਾ। ਸੋ ਇਸ ਵਾਸਤੇ ਜੋ ਮਨ ਦਾ ਫਰਨਾ ਹੁੰਦਾ ਉਹ ਪੂਰਾ ਹੋ ਜਾਂਦਾ। ਇਹ ਨਹੀਂ ਵੀ ਬਾਣੀ ਪੜ੍ਹੀ ਵਿਅਰਥ ਜਾਂਦੀ ਹੈ। ਜੇ ਸ਼ਰਧਾ ਹੋਵੇ ਤੇ ਗੁਰਬਾਣੀ ਦੀ ਕਿਰਪਾ ਨਾਲੋਂ ਨਾਲ ਹੋਈ ਵੀ ਜਾਂਦੀ ਹੈ, ਬਹੁਤ ਲਾਭ ਪ੍ਰਾਪਤ ਹੁੰਦਾ। ਜੇ ਕੋਈ ਬ੍ਰਹਮ ਗਿਆਨੀ ਬਣਨ ਵਾਸਤੇ ਪੜੂਗਾ ਤੇ ਉਹਦੇ ਤੇ ਕਿਰਪਾ ਹੋਊਗੀ, ਜ਼ਰੂਰੀ ਹੋਊਗੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ, ਉਹਨਾਂ ਵੀ 1.25 ਲੱਖ ਪਾਠ ਜਪਜੀ ਸਾਹਿਬ ਦਾ ਉੱਥੇ ਗੁਰਦੁਆਰਾ ਲੰਗਰ ਸਾਹਿਬ ਦੇ ਸਾਹਮਣੇ, ਬਿਲਕੁਲ ਮਸਤੂਆਣਾ ਸਾਹਿਬ ਗੁਰਦੁਆਰਾ ਗੋਦਾਵਰੀ ਦੇ ਕਿਨਾਰੇ 'ਤੇ ਉਹਨਾਂ 1.25 ਲੱਖ ਪਾਠ ਸੰਪੂਰਨ ਕੀਤਾ। ਫਿਰ ਉਹਨਾਂ ਨੂੰ ਮਹਾਰਾਜ ਦਰਸ਼ਨ ਹੋਏ, ਨਗੀਨਾ ਘਾਟ ਗੁਰੂ ਦੀ ਬਖਸ਼ਿਸ਼ ਹੋਈ ਤੇ ਸਹਿਜ ਪਾਠ ਰੱਖ ਲਿਆ ਲਗਾਤਾਰ। ਕਹਿੰਦੇ ਜਿੰਨਾ ਚਿਰ ਸਾਹਿਬਾਂ ਨੇ ਗਿਆਨ ਨਾ ਬਖਸ਼ਿਆ ਉਹਨਾਂ ਚਿਰ ਪਾਠ ਕਰਦੇ ਰਹਿਣਾ। ਪਾਣੀ ਦਾ ਘੜਾ ਲਾ ਕੇ ਰੱਖਿਆ ਹੋਣਾ ਤੇ ਆਲਸ ਆਉਣਾ ਤੇ ਘੜੀ ਆਰਾਮ ਵੀ ਕਰ ਲੈਣਾ, ਫਿਰ ਮੂੰਹ ਦੇ ਛਿੱਟੇ ਮਾਰ ਕੇ ਫਿਰ ਪਾਠ ਕਰਨ ਬੈਠ ਜਾਣਾ, ਤੇਲ ਲੱਗਣੀ ਪੀ ਲੈਣਾ ਤੇ ਇੰਜ ਲਗਾਤਾਰ ਪਾਠ ਕਰਦੇ ਰਹੇ। ਸਹਿਜ ਪਾਠ ਕਰਨ ਤੋਂ ਹੀ ਗੁਰੂ ਮਹਾਰਾਜ ਨੇ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ। ਸਾਡੇ ਬਾਬਾ ਜੀ ਮਹਾਂਪੁਰਖ ਸੁਖਮਨੀ ਸਾਹਿਬ ਬਹੁਤਾ ਸੁਣਦੇ ਸੀ, 8-8, 9-9 ਪਾਠ। ਤੋ ਇੰਜ ਗੁਰਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ ਕਿ ਬਾਣੀ ਗੁਰੂ, ਗੁਰੂ ਹੈ ਬਾਣੀ। ਜੇ ਸੱਚਮੁੱਚ ਹੀ ਬਾਣੀ ਗੁਰੂ ਹੈ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਵੇਖੋ ਪੰਜੋਖਰਾ ਸਾਹਿਬ ਲਾਲ ਪੰਡਤ ਦਾ ਹੰਕਾਰ ਤੋੜਿਆ, ਉਹਨੂੰ ਬ੍ਰਹਮ ਗਿਆਨੀ ਕਰਾਇਆ ਸੀਗਾ। ਉਹ ਜਿਹੜਾ ਗੂੰਗਾ ਤੇ ਬੋਲਾ ਛੱਜੂ ਝੀਵਰ ਸੀਗਾ, ਉਹਨੇ ਕੀ ਪੜ੍ਹਿਆ ਸੀ? ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਸੀਗਾ ਫੁੱਲਾਂ ਵਾਲੀ ਛਟੀ, ਤੇ ਉਹਨੂੰ ਸਾਰਾ ਗਿਆਨ ਤੇ ਅੰਸਫੁਰਨ ਹੋ ਗਿਆ। ਇਹ ਗੁਰੂ ਚਾਹਵੇ ਤੇ 1 ਮਿੰਟ 'ਚ ਹੀ ਬੇੜੇ ਪਾਰ ਕਰ ਸਕਦਾ, ਨਹੀਂ ਤਾਂ ਪੜ੍ਹਦੇ ਰਹੋ ਜਿੰਨਾ ਮਰਜ਼ੀ ਮੱਥਾ ਮਾਰੋ, ਅੱਖਰ ਵੀ ਸਮਝ ਨਹੀਂ ਆਉਂਦਾ। ਤੋ ਇਸ ਲਈ ਬਾਣੀ ਹੀ ਗੁਰੂ ਹੈ, ਸ਼ਬਦ ਦੇ ਵਿੱਚੋਂ ਹੀ ਪ੍ਰਕਾਸ਼ ਮਿਲਦਾ ਹੈ। ਮਹਾਂਪੁਰਖ ਬਾਬਾ ਸੁੰਦਰ ਸਿੰਘ ਸਾਹਿਬ ਜੀ ਨੇ ਇੱਕ ਵਾਰ ਸੰਤਾਂ ਦਾ ਇਕੱਠ ਕੀਤਾ ਭਿੰਡਰੀ, ਤੇ ਗੁਰਮਤਿ ਸਮਾਗਮ ਦੌਰਾਨ ਵਿਚਾਰ ਚੱਲੀ ਵੀ ਕੋਈ ਸਿੱਖ ਇਹੋ ਜਿਹਾ ਹੈ ਜਿਹਨੇ 10 ਪਾਤਸ਼ਾਹਾਂ ਨੂੰ ਅੱਖਾਂ ਨਾਲ ਵੇਖਿਆ ਹੋਵੇ। ਕਿਸੇ ਨੇ ਬਾਬਾ ਬੁੱਢਾ ਸਾਹਿਬ ਦਾ ਨਾਮ ਲਿਆ ਕਿਉਂਕਿ 6 ਪਾਤਸ਼ਾਹੀ ਤੱਕ ਉਹਨੇ ਦਰਸ਼ਨ ਪਾਏ ਨੇ। ਕਿਸੇ ਨੇ ਬੁੱਢਣ ਸ਼ਾਹ ਦਾ ਨਾਮ ਲਿਆ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਤੇ ਕਹਿੰਦੇ ਵੀ ਉਹ ਦੁੱਧ ਦੱਬਿਆ ਹੋਇਆ ਸੀਗਾ, 6ਵੇਂ ਪਾਤਸ਼ਾਹ ਨੇ ਆਪ ਪੀਤਾ, ਜਾਂ ਕਹਿੰਦੇ ਭਾਈ ਗੁਰਦਿੱਤੇ ਨੇ ਪੀਤਾ। ਭਾਈ ਵੀਰ ਸਿੰਘ ਨੇ 10ਵੇਂ ਪਾਤਸ਼ਾਹ ਤੱਕ ਵੀ ਲਿਖਿਆ ਕਿ ਬੁੱਢਣ ਸ਼ਾਹ ਨੇ 10ਵੇਂ ਪਾਤਸ਼ਾਹ ਦੇ ਵੀ ਦਰਸ਼ਨ ਕੀਤੇ। ਉਹ ਬਾਬਾ ਜੀ ਦੀ ਸਮਾਧ ਕੀਰਤਪੁਰ ਸਾਹਿਬ ਹੈ, ਸੰਗਤਾਂ ਦਰਸ਼ਨ ਪਾਉਂਦੀਆਂ ਨੇ। ਇਸ ਤਰ੍ਹਾਂ ਵਿਚਾਰ ਚੱਲੇ ਤੇ ਵੀ ਕੋਈ ਸਿੱਖ ਇਹੋ ਜਿਹਾ ਨਹੀਂ ਜਿਹਨੇ ਆਪਦੀ ਅੱਖਾਂ ਨਾਲ ਸਰਗੁਣ ਸਰੂਪ ਦੇ ਦਰਸ਼ਨ ਕੀਤੇ ਹੋਣ। ਬਾਬਾ ਜੀ ਨੂੰ ਪੁੱਛਿਆ ਬਾਬੇ ਸੁੰਦਰ ਸਿੰਘ ਨੂੰ ਵੀ ਤੁਹਾਡੇ ਕੀ ਵਿਚਾਰ ਹੈ? ਕਹਿਣ ਲੱਗੇ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸਾਧ ਸੰਗਤ ਜੀ, ਹੇ ਮਹਾਂਪੁਰਖੋ, ਮੇਰੀ ਤੇ ਇਹ ਸ਼ਰਧਾ, ਮੇਰੀ ਇਹ ਭਾਵਨਾ ਹੈ, ਜਦ ਵੀ ਮੈਂ ਗਲ 'ਚ ਪਰਨਾ ਪਾ ਕੇ ਤੇ ਗੁਰਦੁਆਰੇ ਆਉਂਦਾ ਹਾਂ ਤੇ 2 ਹੱਥ ਜੋੜ ਕੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ ਦੀ, ਸੱਚੇ ਪਾਤਸ਼ਾਹ ਕਥਾ ਕਰਨੀ ਹੈ ਤੇ ਬਲ ਬਖਸ਼ੀ। ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਬੈਠ ਕੇ ਸੰਤਾਂ ਦੀ ਮਰਿਆਦਾ ਰਹੀ ਹੈ ਵੀ ਉਹ ਮਹਾਰਾਜ ਦੀ ਹਜ਼ੂਰੀ 'ਚ ਕਥਾ ਕਰਦੇ ਸਨ। ਸਟੇਜ 'ਤੇ ਉੱਚੀ ਜਗ੍ਹਾ ਬੈਠਿਆਂ ਕਿਸੇ ਨੂੰ ਭੁਲੇਖਾ ਨਾ ਪੈ ਜਾਏ ਵੀ ਇਹ ਸ਼ਾਇਦ ਗੁਰੂ ਹੀ ਹਨ, ਲੋਕ ਮੱਥਾ ਟੇਕਣੋਂ ਨਹੀਂ ਹਟਦੇ। ਇਸ ਲਈ ਮਹਾਂਪੁਰਖ ਹਜ਼ੂਰੀ 'ਚ ਬੈਠ ਕੇ ਕਥਾ ਵਿਚਾਰ ਕਰਿਆ ਕਰਦੇ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ। ਕਹਿੰਦੇ ਜਦ ਮੈਂ ਮਹਾਰਾਜ ਦੀ ਹਜ਼ੂਰੀ 'ਚ ਬੈਠਦਾ ਤੇ ਰੁਮਾਲਾ ਸਾਹਿਬ ਲਾਉਣ ਤੋਂ ਪਹਿਲਾਂ ਮੰਗਲ ਪੜ੍ਹਦਾ। ਮੰਗਲ ਦਾ ਮਤਲਬ ਇਹ ਹੁੰਦਾ ਹੈ, ਹੁਣ ਆਪਾਂ ਬੁੱਕਲ ਮਾਰੀ ਹੈ ਤੇ ਅਗਲੇ ਦੀ ਲੋਈ ਠਾਂ ਕਰਾਂਗੇ ਜਾਂ ਪਰਨਾ, ਕਿੰਨਾ ਕੁ ਚੰਗਾ ਲੱਗੂਗਾ? ਕਿਸੇ ਨੇ ਬਸਤਰ ਲਿਆ, ਉਹਦਾ ਬਸਤਰ ਪਰਾਂ ਕਰਨਾ ਵੇਦ ਵੀ ਹੋਈ ਹੈ ਅਕਸਰ। ਮਹਾਰਾਜ ਦੇ ਰੁਮਾਲਾ ਪਾਇਆ ਹੈ ਤੇ ਕਈ ਸੰਗਰਾਂਦ ਮੱਸਿਆ ਨੂੰ ਕਹਿਣਗੇ ਵੀ ਬਾਬੇ ਦੇ ਦਰਸ਼ਨ ਕਰਾਓ, ਕਈ ਆਪ ਹੀ ਰੁਮਾਲਾ ਚੁੱਕ ਚੁੱਕ ਵੇਖਦੇ ਰਹਿਣਗੇ। ਜਾਂ ਤਾਂ ਹੁਕਮਨਾਮੇ ਦੇ ਵਕਤ ਆਈਏ ਤਾਂ ਹੁਕਮਨਾਮਾ ਸੁਣੀਏ, ਤੇ ਜਾਂ ਬੋਰਡ ਦੇ ਪੜ੍ਹਿਆ ਲਿਖ ਲਈਏ, ਸ਼ਰਧਾ ਕਰੀਏ।
ਤੋ ਐਸੀ ਭਾਵਨਾ ਹੋਣੀ ਚਾਹੀਦੀ ਹੈ ਵੀ ਰੁਮਾਲਿਆਂ ਸਮੇਤ ਮਹਾਰਾਜ ਦੇ ਦਰਸ਼ਨ ਨੇ। ਪਰ ਕਥਾ ਤਾਂ ਬਾਣੀ ਤਾਂ ਹੀ ਪੜੀ ਜੋ ਰੁਮਾਲਾ ਪਰਾ ਕਰਾਂਗੇ। ਰੁਮਾਲਾ ਪਰਾ ਕਰਨਾ ਹੈ ਗੁਰੂ ਜੀ ਦੀ ਬੇਅਦਬੀ ਹੈ। ਮੰਗਲ ਦਾ ਭਾਵ ਇਹ ਹੈ ਅਰਦਾਸ ਕਰਨੀ ਵੀ ਸੱਚੇ ਪਾਤਸ਼ਾਹ ਸਾਨੂੰ ਮਾਫ ਕਰੀ, ਅਸੀਂ ਆਪ ਜੀ ਦਾ ਰੁਮਾਲਾ ਉਤਾਰ ਰਹੇ ਹਾਂ, ਇਸ ਲਈ ਮੰਗਲ ਕਰਕੇ ਹੀ ਗੁਰੂ ਸਾਹਿਬ ਦਾ ਰੁਮਾਲਾ ਉਤਾਰਨਾ ਚਾਹੀਦਾ। ਤੇ ਰੁਮਾਲਾ ਉਤਾਰ ਕੇ ਗੱਲਾਂ ਨਹੀਂ ਮਾਰਨੀਆਂ ਚਾਹੀਦੀਆਂ, ਇੱਕ ਦੂਜੇ ਵੱਲ ਵੇਖਣਾ ਨਹੀਂ ਚਾਹੀਦਾ, ਹੱਸਣਾ ਨਹੀਂ ਚਾਹੀਦਾ, ਰੋਣਾ ਨਹੀਂ ਚਾਹੀਦਾ। ਤੋ ਰੁਮਾਲਾ ਉਤਾਰ ਕੇ ਇੱਧਰ ਉੱਧਰ ਤੋ ਆਪ ਦੀ ਨਿਗਾਹ ਨਹੀਂ ਘਮਾਉਣੀ ਚਾਹੀਦੀ। ਧਿਆਨ ਦੇ ਨਾਲ ਮਹਾਰਾਜ ਦਾ ਪਾਠ ਪੜ੍ਹੀਏ ਤੇ ਉਹ ਤੋਂ ਬਾਅਦ ਫਿਰ ਰੁਮਾਲਾ ਸਾਹਿਬ ਪਾ ਕੇ ਫਿਰ ਉੱਠਣਾ ਚਾਹੀਦਾ। ਉਂਗਲ ਰੱਖ ਕੇ ਬਿਨਾਂ ਅਖੰਡ ਪਾਠ ਤੋਂ, ਬਿਨਾਂ ਰੁਮਾਲੇ ਤੋਂ ਨਹੀਂ ਉੱਠਣਾ ਚਾਹੀਦਾ। ਅਖੰਡ ਪਾਠ ਦੀ ਤਾਂ ਮਜਬੂਰੀ ਹੈ ਨਾ, ਜੇ ਸਹਿਜ ਪਾਠ ਕਰ ਰਹੇ ਹਾਂ ਜਾਂ ਵੈਸੇ ਹੀ ਹੈ, ਬਿਨਾਂ ਰੁਮਾਲਾ ਪਾਉਣ ਤੋਂ ਪਾਠੀ ਨਾ ਬਦਲੇ। ਇਹ ਗੁਰੂ ਸਾਹਿਬ ਦਾ ਸਤਿਕਾਰ ਹੈ। ਤੇ ਪ੍ਰਗਟ ਗੁਰਾਂ ਕੀ ਦੇ ਜਾਣੇ, ਕਹਿੰਦੇ ਜਦ ਮੈਂ ਮੰਗਲ ਕਰਕੇ ਰੁਮਾਲਾ ਉਤਾਰਦਾ ਕਥਾ ਵਾਸਤੇ ਤਾਂ ਮੈਨੂੰ 10 ਹੀ ਪਾਤਸ਼ਾਹੀਆਂ ਦੇ ਵਿੱਚੋਂ ਦਰਸ਼ਨ ਹੁੰਦੇ ਨੇ। ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ। ਝਲਕਾਰਾ ਪੈਂਦਾ ਇਉਂ। ਇਹ ਗੁਰੂ ਮਹਾਰਾਜ ਦਾ ਪਾਵਨ ਸਰੂਪ, ਦਸਾਂ ਦੀ ਜੋਤ, ਅਗਿਆਨ ਦਾ ਹਨੇਰਾ ਮੇਟ ਕੇ ਮਹਾਰਾਜ ਗਿਆਨ ਦਾ ਪ੍ਰਕਾਸ਼ ਕਰਨ ਵਾਲੇ। ਸਾਨੂੰ ਪ੍ਰਕਾਸ਼ ਦੀ ਪ੍ਰਾਪਤੀ ਹੋ ਗਈ ਹੈ। ਸਤਿਗੁਰੂ ਅਰਜਨ ਦੇਵ ਜੀ ਫਰਮਾ ਰਹੇ ਨੇ, ਜਿਨ ਕੀਆ ਸੋ ਗੁਰ ਤੇ ਜਾਣਿਆ। ਜਿਸ ਪਰਮੇਸ਼ਰ ਨੇ ਸੰਸਾਰ ਪੈਦਾ ਕੀਤਾ ਉਸ ਪਰਮੇਸ਼ਰ ਨੂੰ ਸਤਿਗੁਰਾਂ ਦੀ ਮਿਹਰ ਤੋਂ ਸੋ ਜਾਣਿਆ ਗਿਆ, ਉਹਨੇ ਜਾਣ ਲਿਆ ਹੈ। ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਸਤਿਗੁਰਾਂ ਦੀ ਮਿਹਰ ਤੋਂ ਹੀ, ਸ਼ਸਤਰ ਗਿਆਨ ਤੋਂ ਹੀਣ, ਵਿਹਾਰਾਂ ਵੱਲੋਂ, ਪਰਮਾਰਥ ਵੱਲੋਂ ਮੂਰਖ, ਚਿੱਤ ਪਰਮੇਸ਼ਰ ਜਾਂ ਉਹਦੇ ਗਿਆਨ ਤੇ ਮੰਨ ਗਿਆ, ਭਤੀਜ ਗਿਆ ਹੈ। ਗੁਰ ਕਰਤਾ ਗੁਰ ਕਰਣਾ ਜੋਗ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡਾ ਗੁਰੂ ਹੈ, ਕਿਸੇ ਨੂੰ ਭੁਲੇਖਾ ਨਾ ਰਹੇ। ਇਹ ਪਰਮੇਸ਼ਰ ਦਾ ਸਰੂਪ ਹੋਣ ਕਰਕੇ ਜਗਤ ਨੂੰ ਰਚਣ ਵਾਲਾ, ਤੇ ਸਤਿਗੁਰੂ ਸਾਹਿਬ ਵੀ ਈਸ਼ਰ ਰੂਪ ਹੋਣ ਕਰਕੇ ਸਾਰਿਆਂ ਦੀ ਪਾਲਣਾ ਕਰਨ ਦੇ ਲਾਇਕ। ਜਾਂ ਗੁਰੂ ਸਾਹਿਬ ਪਹਿਲਾਂ ਵੀ ਗਿਆਨ ਦੇ ਕਰਤਾ, ਹੁਣ ਵੀ ਗਿਆਨ ਦੇ ਕਰਨ ਯੋਗ ਨੇ, ਜਾਂ ਗੁਰੂ ਸਾਹਿਬ ਜੀ ਕਰਤਾ ਪੁਰਖ ਦੇ ਨਾਮ ਦੀ ਦਾਤ ਦੇਣ ਵਾਲਾ ਹੈ। ਗੁਰ ਪਰਮੇਸ਼ਰ ਹੈ ਭੀ ਹੋਗਾ। ਤੇ ਗੁਰੂ ਸਾਹਿਬ ਸਿੱਖਾਂ ਦੀ ਕਲਿਆਣ ਕਰਨੇ ਯੋਗ ਹੈ। ਸਤਿਗੁਰੂ ਪਿੱਛੇ ਭੂਤਕਾਲ 'ਚ ਵੀ ਪ੍ਰਭੂ ਦਾ ਸਰੂਪ, ਹੁਣ ਵੀ ਵਰਤਮਾਨ ਸਮੇਂ 'ਚ ਪ੍ਰਭੂ ਰੂਪ ਹੈ, ਅੱਗੇ ਆਉਣ ਵਾਲੇ ਸਮੇਂ ਵਿੱਚ ਵੀ ਵਾਹਿਗੁਰੂ ਦਾ ਰੂਪ ਹੋਵੇਗਾ। ਕਈ ਮੂਰਖ ਕਹਿੰਦੇ ਹੈ ਜੀ ਸਾਡੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਾਇਆ, ਲੋਕਾਂ ਨੂੰ ਦੱਸਿਆ ਵੀ ਬਾਰੀਆਂ 'ਚੋਂ ਕੱਢ ਕੇ ਪ੍ਰਕਾਸ਼ ਕਰੋ। ਇਹ ਤਾਂ ਮਹਾਰਾਜ ਆਪ ਹੀ ਕਹਿ ਗਏ ਨੇ, ਸਾਰਿਆਂ ਨੂੰ ਆਪ ਹੀ ਸਮਝ ਚਾਹੀਦੀ ਹੈ। ਤੋ ਇਸ ਵਾਸਤੇ ਇਹਦੇ ਨਾਲ ਇਹ ਥੋੜ੍ਹਾ ਵੀ ਆਪਾਂ ਵੱਡੇ ਬਣ ਗਏ ਗੁਰੂ ਗ੍ਰੰਥ ਸਾਹਿਬ ਤੋਂ। ਮਹਾਰਾਜ ਹੀ ਸਾਥੋਂ ਵੱਡਾ ਹੈ। ਗੁਰੂ ਨਾਨਕ ਪ੍ਰਭ ਹੈ ਜਨਾਈ। ਸਤਿਗੁਰੂ ਜੀ ਕਥਨ ਕਰਦੇ ਕਿ ਪਰਮੇਸ਼ਰ ਨੇ ਗੁਰੂ ਸਰੂਪ ਆਪ ਧਾਰਿਆ ਤੇ ਸੰਸਾਰ ਨੂੰ ਇਹ ਗੱਲ ਜਣਾ ਦਿੱਤੀ ਹੈ। ਬਿਨ ਗੁਰ ਮੁਕਤ ਨਾ ਪਾਈਐ ਭਾਈ। ਇਹ ਮੇਰੇ ਭਰਾਵੋ, ਪੂਰੇ ਗੁਰਾਂ ਤੋਂ ਬਿਨਾਂ ਕੋਈ ਵੀ ਮੁਕਤੀ ਦੀ ਪ੍ਰਾਪਤੀ ਨਹੀਂ ਜੇ ਕਰ ਸਕਦਾ। ਇਸ ਲਈ ਜਿੰਨੇ ਮੁਕਤ ਹੋਣਾ, ਜੋ ਜੋ ਕਥਾ ਸੁਨੇ ਹਰ ਕੀਰਤਨ ਤਾਕੀ ਦੁਰਮਸਤ ਨਾਸ, ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੇ ਆਸ। ਉਹ ਗੁਰੂ ਜੀ ਦੀ ਸ਼ਰਨ ਵਿੱਚ ਆਏ, ਮਹਾਰਾਜ ਦੀ ਸੰਗਤ ਕਰੇ, ਤਾਂ ਹੀ ਮੁਕਤੀ ਦੀ ਪ੍ਰਾਪਤੀ ਹੋ ਸਕਦੀ ਹੈ ਜੀ। ਭੁੱਲਾਂ ਚੁੱਕਾਂ ਮਾਫ ਕਰ ਦੇਣੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਗੁਰ ਕਰਤਾ ਗੁਰ ਕਰਣਾ ਜੋਗ। ਗੁਰ ਪਰਮੇਸ਼ਰ ਹੈ ਭੀ ਹੋਗਾ। ਕਹੋ ਨਾਨਕ ਪ੍ਰਭ ਇਹ ਜਨਾਈ। ਬਿਨ ਗੁਰ ਮੁਕਤ ਨਾ ਪਾਈਐ ਭਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।